ਸਤਿ ਸ਼੍ਰੀ ਅਕਾਲ। ਸਕਾਈ ਨਿਊਜ਼ ਪੰਜਾਬ ਦੇਖ ਰਹੇ ਹਰੇਕ ਦਰਸ਼ਕ ਦਾ ਮੈਂ ਲਵਲੀ ਕੌਰ ਸਵਾਗਤ ਕਰਦੀ ਹਾਂ। ਮੇਰੇ ਨਾਲ ਅੱਜ ਮੌਜੂਦ ਨੇ ਸਾਡੇ ਸੀਨੀਅਰ ਜਰਨਲਿਸਟ ਬਿਊਰੋ ਚੀਫ ਪੰਜਾਬ ਪੋਲਿਟਿਕਸ ਸਕਾਈ ਨਿਊਜ਼ RS ਲਿਬਰੇਟ ਸਰ ਜੀ। ਇਹਨਾਂ ਦਾ ਆਪਾਂ ਸਵਾਗਤ ਕਰਦੇ ਹਾਂ। ਸਵਾਗਤ ਹੈ ਸਰ ਤੁਹਾਡਾ। ਸਕਾਈ ਨਿਊਜ਼ ਪੰਜਾਬ ਦੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਅੱਜ ਦੀ ਖਾਸ ਚਰਚਾ ਤੇ ਆਪਾਂ ਕਰਾਂਗੇ। ਅੱਜ ਦੀ ਜਿਹੜੀ ਖਾਸ ਚਰਚਾ ਹੈ ਉਹ ਹੈ ਕੁਝ ਨਵੇਂ ਮੁੱਦਿਆਂ ਤੇ ਜਿਹੜੇ ਚੱਲ ਰਹੇ ਨੇ ਅੱਜ ਕੱਲ੍ਹ। ਕੁਝ ਮੁੱਦੇ ਜਿਵੇਂ ਕਿ ਵੋਟਾਂ ਹੋ ਗਈਆਂ ਨੇ, ਪਰ ਜਿਹੜੀਆਂ ਉਲਝਣਾਂ ਨੇ ਲੋਕਾਂ ਦੀਆਂ ਉਹ ਸੁਲਝ ਨਹੀਂ ਰਹੀਆਂ ਕਿ ਆਖਿਰ ਵੋਟਾਂ ਦੇ ਬਾਅਦ ਵੋਟਾਂ ਦੇ ਜਿਹੜੇ ਰਿਕਾਰਡ ਨੇ ਪੰਜਾਬ ਵਿੱਚ ਵਿਧਾਨ ਸਭਾ ਦੀਆਂ ਜਿਹੜੀਆਂ ਵੋਟਾਂ ਹੋ ਗਈਆਂ ਨੇ, ਜਿਹੜੇ ਰਿਕਾਰਡ ਦਰਜ ਹੋਏ ਨੇ ਉਹ ਸਿਰਫ 72% ਜਿਹੜੇ ਨੇ ਉਹ ਨੇ। ਤੇ ਇਹ ਜਿਹੜੇ ਰਿਕਾਰਡ ਹੈ ਇਹ ਦੱਸਦਾ ਹੈ ਕਿ ਪਿਛਲੇ 15 ਸਾਲਾਂ ਤੋਂ ਇਹ ਸਭ ਤੋਂ ਜਿਹੜਾ ਰਿਕਾਰਡ ਹੈ ਸਭ ਤੋਂ ਘੱਟ ਹੈ। ਇਸ ਵਾਰ ਵੋਟ ਦੇਣ ਵਾਲੇ ਲੋਕਾਂ ਦੀ ਜਿਹੜੀ ਫੀਸਦੀ ਹੈ, ਜਿਹੜੀ ਪ੍ਰਤੀਸ਼ਤ ਹੈ ਉਹ ਸਿਰਫ 75% ਹੈ। ਤੇ ਇਸ ਦਾ ਕੀ ਕਾਰਨ ਹੈ, ਮੈਂ ਸਰ ਕੋਲੋਂ ਪੁੱਛਣਾ ਚਾਹਾਂਗੀ ਕੀ ਕਾਰਨ ਹੈ? ਲੋਕਾਂ ਦਾ ਜਿਹੜਾ ਇੰਟਰਸਟ ਹੈ ਇਸ ਤੇ ਘੱਟ ਦਾ ਕਿਉਂ ਨਜ਼ਰ ਆ ਰਿਹਾ ਹੈ? ਹਾਂ, ਲਵਲੀ ਗੱਲ ਇਸ ਤਰ੍ਹਾਂ ਕਿ ਤੁਹਾਡੀ ਗੱਲ ਵਾਜਿਬ ਹੈ ਕਿ ਪਿਛਲੇ 3 ਵਿਧਾਨ ਸਭਾ ਦੀ ਚੋਣਾਂ ਦੀ ਗੱਲ ਕਰੀਏ ਤਾਂ ਵੋਟ ਫੀਸਦੀ ਇੰਨਾ ਨਹੀਂ ਘਟਿਆ ਸੀ। ਕਿ 71.95% ਦੀ ਵੋਟ ਪਈ ਹੈ। ਉਹਦੇ ਵਿੱਚ ਕੀ ਹੈ ਕਿ ਤੁਸੀਂ ਦੇਖੋ ਕਿ 5% ਦੇ ਕਰੀਬ 5% ਤੋਂ ਜ਼ਿਆਦਾ ਵੋਟ ਘਟੀ ਹੈ ਪੋਲ। ਇਹ ਕਾਰਨ ਇਹ ਹੈ ਕਿ ਜਦੋਂ ਕਿ ਐਤਕੀ ਸਿਆਸੀ ਧਿਰਾਂ ਵੀ ਕਾਫੀ ਨੇ ਅਤੇ ਨਵੀਆਂ ਧਿਰਾਂ ਵੀ ਸ਼ਾਮਲ ਹੋਈਆਂ ਨੇ। ਅਤੇ ਖਾਸ ਕਰਕੇ ਆਪਾਂ ਗੱਲ ਕਰੀਏ ਕਿਸਾਨ ਅੰਦੋਲਨ ਤੋਂ ਨਿਕਲ ਕੇ ਕਿਹੜੀ ਪਾਰਟੀ ਹੈ ਜਿਹਦਾ ਖਾਸ ਪ੍ਰਭਾਵ ਮੰਨਿਆ ਜਾਂਦਾ ਸੀ ਪੰਜਾਬ ਦੀ ਸਿਆਸਤ 'ਤੇ, ਪਰ ਵੋਟ ਫੀਸਦੀ ਜਿੱਥੇ ਵਧਣ ਦੀ ਗੱਲ ਸੀ ਉਹ ਘਟਿਆ। ਜਾਂ ਤਾਂ ਵੋਟਰਾਂ ਨੇ ਮਾਫ਼ ਕਰਨਾ ਦਿਲਚਸਪੀ ਨਹੀਂ ਦਿਖਾਈ, ਸਿਆਸਤ ਤੋਂ ਦਿਲਚਸਪੀ ਹਟ ਰਹੀ ਹੈ, ਜਾਂ ਜਿਹੜੀਆਂ ਧਿਰਾਂ ਸੀ ਆਪਦੇ ਵੋਟਰਾਂ ਨੂੰ ਪੋਲਿੰਗ ਬੂਥ ਤੱਕ ਲਿਆਉਣ 'ਚ ਸਫਲ ਨਹੀਂ ਰਹੀਆਂ ਜਾਂ ਉਹਨਾਂ ਨੂੰ ਆਪਣੀ ਗੱਲ ਨਹੀਂ ਦੱਸ ਪਾਈਆਂ। ਫਿਰ ਇੱਕ ਵੱਡੀ ਗੱਲ ਇਹ ਵੀ ਹੈਗੀ ਹੈ ਕਿ ਮੰਨਿਆ ਜਾਂਦਾ ਹੈ, ਜੇ ਆਪਾਂ ਪਿਛਲੇ ਵੋਟਰ ਪੋਲਿੰਗ ਦੀ ਗੱਲ ਕਰੀਏ ਤਾਂ ਜਦੋਂ ਵੋਟ ਜ਼ਿਆਦਾ ਪੈਂਦੀ ਉਹ ਮੰਨਿਆ ਜਾਂਦਾ ਸੀ ਕਿ ਜਿਹੜੀ ਸੱਤਾ ਧਿਰ 'ਚ ਪਾਰਟੀ ਆ ਉਹਦੇ ਖਿਲਾਫ ਵੋਟ ਭੁਗਤੀ ਹੈ, ਅਤੇ ਜੇ ਬੈਲੈਂਸ 'ਚ ਰਹਿੰਦੀ ਹੈ ਤਾਂ ਉਹ ਕਹਿੰਦੇ ਵੀ ਸ਼ਾਇਦ ਦੁਬਾਰਾ ਆ ਜੇ। ਹੁਣ ਇਸ ਵਾਰ ਇਹ ਹੋਇਆ ਕਿ ਸਿਆਸੀ ਧਿਰਾਂ ਜ਼ਿਆਦਾ ਹੋਣ ਦੇ ਬਾਵਜੂਦ ਅਤੇ ਵੋਟਾਂ ਦੇ ਵਿੱਚ ਜ਼ਿਆਦਾ ਦਿਲਚਸਪੀ ਹੋਣ ਦੇ ਬਾਵਜੂਦ ਵੀ ਵੋਟ ਫੀਸਦੀ ਘਟਿਆ। ਇਹ ਕਿਤੇ ਨਾ ਕਿਤੇ ਸਭ ਨੂੰ ਕਨਫਿਊਜ਼ਨ ਕ੍ਰੀਏਟ ਕਰ ਰਿਹਾ। ਸਿਆਸੀ ਧਿਰਾਂ ਕਹਿ ਰਹੀਆਂ ਨੇ ਕਿ ਜਾਂ ਤਾਂ ਹੰਗ ਸਰਕਾਰ ਆਏਗੀ, ਜਾਣੀ ਕਿ ਇੱਕ ਬਹੁਮਤ ਵਾਲੀ ਸਰਕਾਰ ਨਹੀਂ ਆਏਗੀ। ਇਹ ਤਾਂ ਨਤੀਜਿਆਂ ਤੋਂ ਪਤਾ ਲੱਗਣਾ, ਪਰ ਇਹਦੇ ਵਿੱਚ ਇਹ ਹੈ ਕਿ ਜੇ ਇਸ ਤਰ੍ਹਾਂ ਪਹਿਲੀ ਵਾਰੀ ਹੋਇਆ ਤਾਂ ਕੁਛ ਨਾ ਕੁਛ ਜਿਹਨੂੰ ਸਿਆਸੀ ਧਿਰਾਂ ਪਹਿਲਾਂ ਪ੍ਰਚਾਰ ਰਹੀਆਂ ਸੀ ਬਦਲਾਅ, ਉਹ ਬਦਲਾਅ ਕਿਸ ਤਰ੍ਹਾਂ ਦਾ ਹੋਏਗਾ, ਕਿਵੇਂ ਹੋਏਗਾ, ਉਹ ਇੱਕ ਸਵਾਲਾਂ ਦੇ ਘੇਰੇ 'ਚ ਹੈ। ਲੋਕ ਕੀ ਚਾਹੁੰਦੇ ਨੇ, ਪਰ ਪੰਜਾਬ ਦਾ ਵੋਟਰ ਨਾ ਸਮਝ ਨਹੀਂ ਹੈ। ਉਹਨੇ ਸਹੀ ਫੈਸਲਾ ਕੀਤਾ ਹੋਣਾ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੀ ਨੁਮਾਇੰਦਗੀ ਚਾਹੀਦੀ ਹੈ ਵਿਧਾਨ ਸਭਾ ਦੇ ਵਿੱਚ। ਪਰ ਸਰ ਜੇ ਦੇਖਿਆ ਜਾਵੇ ਤੇ ਕੁਝ ਮੇਨ ਪਾਰਟੀਆਂ ਨੂੰ ਛੱਡ ਕੇ ਜਿਵੇਂ BJP, ਅਕਾਲੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਪਾਰਟੀਆਂ ਨੂੰ ਛੱਡ ਕੇ ਇਸ ਵਾਰ ਬਹੁਤ ਇੰਡੀਪੈਂਡੈਂਟ ਉਮੀਦਵਾਰ ਵੀ ਸੀਗੇ ਜਿਹੜੇ ਆਪਣੇ ਹਲਕਿਆਂ ਤੋਂ ਖੜੇ ਹੋਏ ਸੀ। ਇਸ ਦੇ ਬਾਵਜੂਦ ਵੀ ਜਿਹੜੀ ਫੀਸਦੀ ਹੈ, ਜਿਹੜੀ 72% ਜਿਹੜੀ ਆਪਾਂ ਰਿਕਾਰਡ ਦੇਖ ਰਹੇ ਹਾਂ ਪੰਜਾਬ ਦੇ ਵੋਟ ਦਾ, ਇਸ ਦੇ ਘਟਣ ਦਾ ਕਾਰਨ ਕਿਤੇ ਨਾ ਕਿਤੇ ਬਹੁਤ ਹੀ ਅਲੱਗ ਜਿਹਾ ਦਿਖਾਈ ਦੇ ਰਿਹਾ ਹੈ ਸਾਨੂੰ। ਉਹ ਅਲੱਗ ਇਸ ਤਰ੍ਹਾਂ ਲਵਲੀ, ਮੈਂ ਫਿਰ ਦੁਹਰਾਵਾਂਗਾ ਕਿ ਜੇ ਆਪਾਂ ਗੱਲ ਕਰੀਏ ਪਹਿਲਾਂ ਕੀ ਹੁੰਦਾ ਸੀਗਾ, ਧਿਰਾਂ ਹੀ 2-3 ਹੁੰਦੀਆਂ ਸੀ, ਕਾਂਗਰਸ, ਅਕਾਲੀ ਜਾਂ ਉਹਦੇ 'ਚ ਨਾਲ ਭਾਜਪਾ ਲੜ ਗਈ, ਜਦ ਕਾਫੀ ਸਮੇਂ ਬਸਪਾ ਨੇ ਵੀ ਕੰਮ ਕੀਤਾ। ਐਤਕੀ ਜਿਹੜੀ ਪਾਰਟੀ ਉੱਭਰ ਕੇ ਆਈ ਹੈ ਆਮ ਆਦਮੀ ਪਾਰਟੀ। ਹੁਣ ਜਿਹੜੀ ਇਹ ਪਾਰਟੀ ਹੈ ਪਹਿਲਾਂ ਇੱਕ ਵਰਗ ਨਾਲ ਜੁੜੀਆਂ ਹੋਈਆਂ ਪਾਰਟੀਆਂ ਸੀਗੀਆਂ। ਜੇ ਆਪਾਂ ਅਕਾਲੀ ਦਲ ਦੀ ਗੱਲ ਕਰੀਏ ਉਹ ਪਿੰਡਾਂ ਨਾਲ ਜੁੜੀ ਹੋਈ ਪਾਰਟੀ ਸੀਗੀ, ਜੇ ਆਪਾਂ ਕਾਂਗਰਸ ਦੀ ਗੱਲ ਕਰੀਏ ਉਹ ਦੋਨੇ ਪਾਸੇ ਕਰ ਸੀ, ਅਤੇ ਜੇ ਆਮ ਆਦਮੀ ਪਾਰਟੀ ਜਿਹੜੀ ਇਹ ਹਰ ਵਰਗ ਨਾਲ ਜੁੜੀ ਹੋਈ ਪਾਰਟੀ ਹੈ, ਪਰ ਸ਼ਹਿਰੀ ਵਰਗ ਫਿਰ ਵੀ ਕਿਤੇ ਨਾ ਕਿਤੇ ਹਾਵੀ ਹੁੰਦਾ ਹੈ। ਅਤੇ ਇਹਦੇ ਵਿੱਚ ਇਹ ਹੈ ਕਿ ਐਤਕੀ ਆਪਾਂ 250 ਦੇ ਕਰੀਬ ਆਪਣੇ ਆਜ਼ਾਦ ਉਮੀਦਵਾਰ ਸੀ। ਉਹਦੇ ਵਿੱਚ ਆਜ਼ਾਦ ਉਮੀਦਵਾਰ ਤਾਂ ਇੱਕ ਵੱਖਰੀ ਧਿਰ ਹੋ ਗਈ, ਅਤੇ ਕੁਝ ਵੱਡੀ ਧਿਰ ਸੀ ਕਿਸਾਨ ਅੰਦੋਲਨ ਜਿਹੜੀ ਹਰ ਵਰਗ ਨਾਲ ਜੁੜੀ ਹੋਈ ਸੀਗੀ। ਆਮ ਆਦਮੀ ਪਾਰਟੀ ਅਤੇ ਕਿਸਾਨ ਅੰਦੋਲਨ ਤੋਂ ਨਿਕਲੀ ਹੋਈ ਪਾਰਟੀ, ਪਰ ਫਿਰ ਵੀ ਵੋਟ ਫੀਸਦ ਘਟ ਜਾਂਦਾ ਹੈ। ਕਿਤੇ ਨਾ ਕਿਤੇ ਇਹ ਮੰਨਿਆ ਜਾ ਸਕਦਾ ਹੈ ਕਿ ਲੋਕਤੰਤਰ ਦੇ ਵਿੱਚ ਬਦਲਾਅ ਨੂੰ ਕਿਸ ਰੂਪ 'ਚ ਦੇਖੇਗਾ ਵੋਟਰ। ਦੂਸਰਾ, ਜਾਂ ਪਾਰਟੀਆਂ ਨੂੰ ਆਪਣੀਆਂ ਨੀਤੀਆਂ ਬਦਲਣੀਆਂ ਪੈਣਗੀਆਂ। ਜਿਵੇਂ ਹੁਣ ਪਹਿਲਾਂ ਵਾਅਦੇ 'ਚ ਸਿਰਫ ਮੁਫਤ ਦੇਣ ਦੀ ਚੀਜ਼ ਦੀ ਗੱਲ ਕੀਤੀ ਜਾਂਦੀ ਸੀ, ਰੁਜ਼ਗਾਰ ਦੀ ਗੱਲ ਘੱਟ ਕੀਤੀ ਜਾਂਦੀ ਸੀ। ਐਤਕੀ ਮਹਿਲਾਵਾਂ ਦੇ ਪ੍ਰਤੀ ਜ਼ਿਆਦਾ ਨੀਤੀਆਂ ਐਲਾਨੀਆਂ ਗਈਆਂ। ਯਾਨੀ ਹੋ ਸਕਦਾ ਐਤਕੀ ਯਾਨੀ ਕਿ ਤੁਸੀਂ 50% ਦੇ ਕਰੀਬ ਆਪਣੀਆਂ ਮਹਿਲਾਵਾਂ ਨੇ, ਅਤੇ ਐਤਕੀ ਮਹਿਲਾ ਵੋਟਰ ਨੂੰ ਟਾਰਗੇਟ ਕੀਤਾ ਗਿਆ। ਪਹਿਲਾਂ ਇੱਕ ਜਿਹੜਾ ਵਰਗ ਹੈਗਾ SC ਭਾਈਚਾਰਾ ਉਹਨੂੰ ਵੀ ਟਾਰਗੇਟ ਕੀਤਾ ਗਿਆ। ਇਹ ਕਿਤੇ ਨਾ ਕਿਤੇ ਇਹ ਤਾਂ ਯਾਨੀ ਕਿ ਹੁਣ ਜਿਹੜੇ ਬਕਸੇ ਖੁੱਲ੍ਹਣੇ ਹੈ ਉਸ ਤੋਂ ਬਾਅਦ ਹੀ ਪਤਾ ਲੱਗਣਾ, ਯਾਨੀ ATM ਮਸ਼ੀਨਾਂ ਤੋਂ ਜੋ ਵੀ ਨਿਕਲੇਗਾ। ਅਤੇ ਇਹ ਹਜੇ ਪੱਕੇ ਤੌਰ 'ਤੇ ਕੋਈ ਵੀ ਨਹੀਂ ਕਹਿ ਪਾ ਰਿਹਾ, ਪਰ ਇੱਕ ਗੱਲ ਨਿਕਲ ਕੇ ਆ ਰਹੀ ਹੈ
ਜ਼ਿਆਦਾਤਰ ਸਿਆਸੀ ਧਿਰਾਂ ਦੀ ਜਾਂ ਸਿਆਸੀ ਮਾਹਰਾਂ ਦੀ ਗੱਲ ਕਰੀਏ, ਉਹ ਇਹ ਮੰਨ ਰਿਹਾ ਵੀ ਇੱਕ ਪਾਰਟੀ ਦੀ ਬਹੁਮਤ ਨਹੀਂ ਆਏਗੀ, ਹੰਗ ਸਰਕਾਰ ਆਏਗੀ। ਤੇ ਉਸੇ ਨੂੰ ਦੇਖਦੇ ਹੋਏ ਭਾਜਪਾ ਦਾਅਵੇ ਵੀ ਕਰ ਰਹੀ ਹੈ ਕਿ ਹੁਣ ਅਸੀਂ 2-3 ਪਾਰਟੀਆਂ ਮਿਲ ਕੇ ਅਸੀਂ ਸਰਕਾਰ ਬਣਾ ਲਾਂਗੇ। ਇਹ ਕਿਵੇਂ ਹੋ ਸਕਦਾ, ਕਿਵੇਂ ਹੋ ਸਕਦਾ, ਭਵਿੱਖ ਤੇ ਉਹਦੇ ਵਿੱਚ ਹੈ, ਪਰ ਦੇਖਦੇ ਕੀ ਹੁੰਦਾ 10 ਮਾਰਚ ਤੋਂ ਬਾਅਦ। ਮਤਲਬ ਕਿ ਆਪਾਂ ਇਹ ਕਹਿ ਸਕਦੇ ਹਾਂ ਕਿ ਲੋਕ ਜਿਹੜੇ ਨੇ ਉਹ ਹਲੇ ਵੀ ਉਲਝੇ ਹੋਏ ਨੇ ਪਾਰਟੀਆਂ ਨੂੰ ਲੈ ਕੇ, ਕੌਣ ਕਿਸ ਦੇ ਨਾਲ ਗੱਠਜੋੜ ਕਰ ਸਕਦਾ ਹੈ, ਕੌਣ ਅੱਗੇ ਜਾ ਕੇ ਵਿਕਾਸ ਕਰ ਸਕਦਾ ਹੈ। ਤੇ ਜੇਕਰ ਇੱਕ ਤਰਫ ਆਪਾਂ ਦੇਖੀਏ ਤੇ ਜਿਹੜੇ ਪਾਰਟੀਆਂ ਦੇ ਮੁੱਦੇ ਨੇ, ਜਿਹੜੇ ਏਜੰਡਾ ਨੇ ਪਾਰਟੀਆਂ ਦੇ ਅੱਗੇ ਪੰਜਾਬ ਦੇ ਵਿਕਾਸ ਨੂੰ ਲੈ ਕੇ, ਉਹ ਲੋਕਾਂ ਨੂੰ ਕਿਤੇ ਨਾ ਕਿਤੇ ਸਮਝ ਨਹੀਂ ਆ ਰਹੇ। ਹਾਂ, ਲੋਕਾਂ ਨੂੰ ਨਹੀਂ, ਲੋਕ ਮੈਂ ਥੋੜਾ ਜਿਹਾ ਐਡ ਕਰਦਾ, ਲੋਕ ਨਹੀਂ ਉਲਝੇ, ਪਾਰਟੀਆਂ ਉਲਝ ਚੁੱਕੀਆਂ ਕਿ ਵੋਟ ਫੀਸ ਦੀ ਘਟਿਆ ਕਿਉਂ ਹੈ, ਵੋਟ ਗਈ ਕਿੱਥੇ ਹੈ। ਜਾਂ ਪਹਿਲਾਂ ਇਹ ਹੁੰਦਾ ਸੀ, ਪਹਿਲਾਂ ਹਵਾ ਨਾਲ ਕਲੀਅਰ ਹੋ ਜਾਂਦਾ ਸੀ, ਜਿਵੇਂ ਐਤਕੀ ਹਵਾ ਦੀ ਗੱਲ ਕੀਤੀ ਜਾ ਰਹੀ ਸੀ ਕਿ ਆਮ ਆਦਮੀ ਪਾਰਟੀ ਦੀ ਹਵਾ, ਪਰ ਪਿਛਲੇ 7 ਦਿਨਾਂ ਦੇ ਵਿੱਚ ਜੋ ਸਮੀਕਰਨ ਬਦਲੇ, ਉਹ ਆਮ ਆਦਮੀ ਪਾਰਟੀ ਦਾ ਗ੍ਰਾਫ ਨੀਚੇ ਆਇਆ। ਫਿਰ ਆਪਾਂ ਜੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੀ ਪਿਛਲੇ ਵਾਰੀ ਵੀ ਬਹੁਤ ਹਵਾ ਸੀ, ਪਰ ਉਦੋਂ 20 ਸੀਟਾਂ ਇਹਨਾਂ ਨੂੰ ਮਿਲੀਆਂ, ਉਹਦੇ 'ਚੋਂ ਹੁਣ ਇਸ ਟਾਈਮ ਕਾਫੀ ਘਟ ਗਈਆਂ, 50% ਦੀ ਇਹਨਾਂ ਦੇ MLA ਨਾਲ ਹੀ ਨਹੀਂ ਰਹੇ। ਯਾਨੀ ਕਿ ਹੁਣ ਵੋਟਰ ਬਦਲ ਰਿਹਾ ਹੈ। ਵੋਟਰ ਜਿਵੇਂ ਕਹਿੰਦੇ ਨਾ, ਵੋਟਰ ਸਿਆਣਾ ਨਹੀਂ, ਵੋਟਰ ਸਿਆਣਾ ਹੈ, ਉਹਦਾ ਫੈਸਲਾ ਲੈ ਲਿਆ, ਪਰ ਪਾਰਟੀਆਂ ਸਸ਼ੋ ਪੰਚ ਨੇ ਕਿ ਰਿਜ਼ਲਟ ਕਿਹੋ ਜਿਹਾ ਆਏਗਾ, ਉਹ ਕਨਫਿਊਜ਼ਨ 'ਚ ਨੇ ਵੀ ਕੀ ਸਾਡੀ ਆਏਗੀ। ਉਹ ਕਿਉਂਕਿ ਉਹ ਕਨਫਿਊਜ਼ਨ ਤਾਂ ਕਿਉਂਕਿ ਉਹਨਾਂ ਦੇ ਵਾਅਦੇ ਪ੍ਰਤੀ ਉਹ ਜਾਣਦੇ ਨੇ, ਕਿਉਂਕਿ ਲੋਕ ਕਿਤੇ ਨਾ ਕਿਤੇ ਉਹਦੇ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ। ਫਿਰ ਉਹ ਨੀਤੀਆਂ ਪ੍ਰਤੀ ਜਾਣਦੇ ਨੇ ਅਸੀਂ ਕਿੰਨੀਆਂ ਦਿੱਤੀਆਂ ਨੇ, ਜਾਂ ਲੋਕ ਸਮਝਣਾ ਸ਼ੁਰੂ ਕਰ ਗਏ। ਇਹ ਬਹੁਤ ਵੱਡੀ ਯਾਨੀ ਕਿ ਜਿਹੜੇ ਵੀ ਨਤੀਜੇ ਆਉਣੇ ਨੇ, ਉਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਇਤਿਹਾਸ ਰਚਣਗੇ। ਚਾਹੇ ਉਹ ਜਿਹੜੀਆਂ ਨਾਮੀ ਪਾਰਟੀਆਂ ਨੇ ਉਹਨਾਂ ਨੂੰ ਦਰਕਿਨਾਰ ਕਰ ਸਕਦੇ ਨੇ, ਜਾਂ ਜਿਹੜੀ ਨਵੀਂ ਪਾਰਟੀ ਨੂੰ ਯਾਨੀ ਕਿ ਸ਼ਮੂਲੀਅਤ ਦੇ ਸਕਦੇ ਨੇ। ਇਹ ਤਾਂ 10 ਮਾਰਚ ਤੋਂ ਬਾਅਦ ਹੀ ਪਤਾ ਲੱਗੇਗਾ। ਤੇ ਸਰ, ਜੇਕਰ ਦੇਖਿਆ ਜਾਵੇ, ਨਜ਼ਰ ਮਾਰੀ ਜਾਵੇ, ਤੇ ਕਿਹੜੇ ਹਲਕੇ ਵਿੱਚ ਪੰਜਾਬ ਦੇ ਜਾਂ ਕਿਹੜੇ ਜ਼ਿਲ੍ਹੇ ਵਿੱਚ ਸਭ ਤੋਂ ਘੱਟ ਜਿਹੜੀ VOTING ਫੀਸਦੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ? ਹਾਂ, ਉਹ ਜੇ ਆਪਾਂ ਗੱਲ ਕਰੀਏ ਤਾਂ ਮੰਨਿਆ ਜਾਂਦਾ ਜਿਹੜਾ ਗਿੱਦੜਵਾ ਇਲਾਕਾ ਹੈ, ਗਿੱਦੜਵਾ ਅਕਾਲੀ ਦਲ ਦਾ ਗੜ੍ਹ ਰਿਹਾ ਹੈ। ਉੱਥੇ ਹੁਣ ਪਿਛਲੇ ਵਾਰੀ ਰਾਜਾ ਵੜਿੰਗ ਜਿੱਤੇ ਆ, ਐਤਕੀ ਫਿਰ ਉੱਥੋਂ ਖੜੇ ਹੋਏ ਨੇ, ਤੇ ਉੱਥੇ ਸਭ ਤੋਂ ਜ਼ਿਆਦਾ ਵੋਟ ਫੀਸਦੀ ਹੋਈ ਹੈ, 84.93%, ਯਾਨੀ 85% ਦੇ ਕਰੀਬ ਹੋ ਗਏ। ਜੇ ਆਪਾਂ ਅੰਮ੍ਰਿਤਸਰ ਦੀ ਗੱਲ ਕਰੀਏ, ਜਿਹੜਾ ਇਸ ਟਾਈਮ ਅੰਮ੍ਰਿਤਸਰ ਚਰਚਾ 'ਚ ਰਿਹਾ, ਨਵਜੋਤ ਸਿੱਧੂ ਕਰਕੇ ਰਿਹਾ, ਕੁੰਵਰ ਵਿਜੇ ਪ੍ਰਤਾਪ ਕਰਕੇ ਰਿਹਾ, ਮਜੀਠੀਏ ਕਰਕੇ ਰਿਹਾ, ਉਹ ਤਾਂ ਖੈਰ ਅੰਮ੍ਰਿਤਸਰ ਪੂਰਬੀ ਤੋਂ ਲੜੇ ਸੀ, ਪਰ ਪੱਛਮੀ ਦੀ ਵੋਟ ਹੈ ਜਿਹੜੀ 55.40% ਹੈ। ਇਹ ਸਭ ਤੋਂ ਘੱਟ ਵੋਟ ਰਿਕਾਰਡ ਹੈ। ਪਰ ਇੱਕ ਆਪਾਂ ਗੱਲ ਹੋਰ ਕਰੀਏ ਕਿ ਟਰਾਂਸਜੈਂਡਰਾਂ ਦੀ 282 ਟਰਾਂਸਜੈਂਡਰਾਂ ਨੇ ਵੋਟ ਪਾਈ ਹੈ। ਇਹਦੇ ਵਿੱਚ ਇਹ ਹੈ ਕਿ ਫਿਰ ਹੋਈ ਵੋਟ ਫੀਸਦੀ ਆ ਗਈ ਗੱਲ ਵੀ ਜਿੱਥੇ ਹੁਣ ਉੱਥੇ ਇਹ ਮੰਨਿਆ ਜਾ ਰਿਹਾ ਹਲਕਾ ਵੀ ਹਲਕਾ ਇੱਕ ਅਲੱਗ ਸਥਿਤੀ ਹੈ। ਹੁਣ ਜੇ ਆਪਾਂ ਗੱਲ ਕਰੀਏ ਗਿੱਦੜਬਾਹ ਦੀ, ਸਭ ਤੋਂ ਜ਼ਿਆਦਾ ਵੋਟ ਫੀਸਦੀ ਪਈ ਹੈ। ਮੰਨਿਆ ਇਹ ਵੀ ਜਾ ਸਕਦਾ, ਹੋ ਸਕਦਾ ਰਾਜਾ ਵੜਿੰਗ ਦੇ ਅਗੇਂਸਟ ਹੋਵੇ, ਹਾਂਜੀ, ਹੋ ਸਕਦਾ ਉਹਨੂੰ ਜ਼ਿਆਦਾ ਕੀਤੀ ਹੋਵੇ, ਪਰ ਜ਼ਿਆਦਾਤਰ ਇਹ ਹੁੰਦਾ ਕਿ ਜਦੋਂ ਵੋਟ ਫੀਸਦੀ ਵੱਧਦਾ ਹੈ, ਉਦੋਂ ਜਿਹੜੀ ਪਹਿਲਾਂ ਨੁਮਾਇੰਦਾ ਜਾਂ ਪਹਿਲੀ ਸੱਤਾ 'ਚ ਰਹੀ ਪਾਰਟੀ ਹੈ ਉਹਦੇ ਖਿਲਾਫ ਹੁੰਦਾ ਹੈ। ਜੇ ਆਪਾਂ ਅੰਮ੍ਰਿਤਸਰ ਪੱਛਮੀ ਦੀ ਗੱਲ ਕਰੀਏ ਤਾਂ ਇੱਥੇ ਘੱਟ ਹੋਇਆ, ਕਿਉਂਕਿ ਵੋਟਰ ਉੱਥੋਂ ਤੱਕ ਪਹੁੰਚ ਹੀ ਨਹੀਂ ਪਾਏ। ਅੰਮ੍ਰਿਤਸਰ ਇੱਕ ਬਹੁਤ ਯਾਨੀ ਸੁਲਝਿਆ ਹੋਇਆ ਇਲਾਕਾ ਮੰਨਿਆ ਜਾਂਦਾ। ਇੱਥੇ ਬੰਦੇ ਵਪਾਰੀ ਵੀ ਜ਼ਿਆਦਾ ਨੇ ਤੇ ਗੁਰੂ ਦੀ ਗੱਲ ਮੰਨਣ ਵਾਲੇ ਵੀ ਬੜੇ ਜ਼ਿਆਦਾ। ਹਾਂਜੀ, ਇਸ ਕਰਕੇ ਕਿਤੇ ਨਾ ਕਿਤੇ ਘੱਟ ਵਾਲਾ ਰਿਪੀਟ ਵੀ ਕਰ ਸਕਦਾ ਤੇ ਵਾਧਾ ਵਾਲਾ ਬਦਲਾਅ ਵੀ ਕਰ ਸਕਦਾ। ਕੀ ਲੱਗਦਾ ਹੈ ਅੰਮ੍ਰਿਤਸਰ ਤੋਂ ਮਤਲਬ ਜਿਹੜਾ ਰੁਝਾਨ ਹੈ ਲੋਕਾਂ ਦਾ ਉਹ ਕਿਸ ਤਰਫ ਨੂੰ ਜਾ ਸਕਦਾ ਹੈ, ਜੋ ਕਿ ਤੁਸੀਂ ਅੰਮ੍ਰਿਤਸਰ ਦੀ ਗੱਲ ਕੀਤੀ ਹੈ? ਜੀ, ਹਾਂਜੀ, ਅੰਮ੍ਰਿਤਸਰ ਦਾ ਇਹ ਹੈ, ਦੇਖੋ ਕਿ ਅੰਮ੍ਰਿਤਸਰ ਜੇ ਆਪਾਂ ਗੱਲ ਕਰੀਏ, ਸਿਆਸੀ ਧਿਰਾਂ ਨੇ ਇਸ ਇਲਾਕੇ ਨੂੰ, ਹਾਲਾਂਕਿ ਗੁਰੂ ਸਾਹਿਬ ਦੀ ਨਗਰੀ ਮੰਨੀ ਜਾਂਦੀ ਹੈ, ਤੇ ਉੱਥੇ ਇਹ ਹੈ ਕਿ ਇਸ ਇਲਾਕੇ ਤੇ ਸਾਰਿਆਂ ਦਾ ਧਿਆਨ ਕੇਂਦਰ ਕਰਨ ਦੀ ਕੋਸ਼ਿਸ਼ ਕੀਤੀ। ਜੇ ਆਪਾਂ ਅਕਾਲੀ ਦਲ ਦੇ ਨੁਕਤੇ ਦੀ ਗੱਲ ਕਰੀਏ, ਬਿਕਰਮ ਸਿੰਘ ਮਜੀਠੀਆ ਨੂੰ ਆਪਦੇ ਮਜੀਠੀਆ ਇਲਾਕੇ ਤੋਂ, ਉੱਥੋਂ ਹਲਕੇ ਤੋਂ ਹਟਾ ਕੇ ਅੰਮ੍ਰਿਤਸਰ ਪੂਰਬੀ 'ਚ ਨਵਜੋਤ ਸਿੰਘ ਸਿੱਧੂ ਯਾਨੀ ਜੋ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ, ਜਿਹਦੀ ਸੱਤਾ 'ਚ ਰਹੀ ਹੈ ਤੇ ਸਭ ਤੋਂ ਜ਼ਿਆਦਾ ਨੁਮਾਇੰਦੇ ਲੈ ਕੇ ਉਹ ਸੱਤਾ 'ਚ ਚੱਲ ਰਹੀ ਸੀ, 77 ਹੁਣ ਤੱਕ ਦੇ ਇਤਿਹਾਸ ਦੇ ਸਭ ਤੋਂ ਜ਼ਿਆਦਾ ਨੁਮਾਇੰਦੇ ਲਏ ਨੇ ਇਹਨਾਂ ਨੇ, ਤੇ ਉਸ ਦੇ ਪ੍ਰਧਾਨ ਨੂੰ ਟਾਰਗੇਟ ਕਰਦੇ ਨੇ ਕਿਉਂਕਿ ਸਾਰਿਆਂ ਦਾ ਧਿਆਨ ਉੱਥੇ ਚਲਾ ਜਾਵੇ। ਤੇ ਰਿਹਾ ਵੀ ਉੱਥੇ ਮਾਹੌਲ ਵੀ ਖਰਾਬ ਰਿਹਾ, ਹੋ ਸਕਦਾ ਵੀ ਉੱਥੇ ਵੀ ਵੋਟ ਫੀਸ ਦੀ ਕੋਈ ਜ਼ਿਆਦਾ ਨਹੀਂ ਹੋਇਆ, ਉੱਥੇ ਕਾਫੀ ਘਟਨਾਵਾਂ ਨਜ਼ਰ ਆਈਆਂ ਕਿਉਂਕਿ ਵੋਟਰ ਕਿਤੇ ਨਾ ਕਿਤੇ ਜੋ ਘਟਨਾਵਾਂ ਦੇ ਮੱਦੇਨਜ਼ਰ ਇਹ ਹੈ ਕਿ ਵੋਟਰ ਨਿਕਲਿਆ ਨਹੀਂ। ਹਾਂਜੀ, ਤੇ ਕੁਛ ਹੈ ਕਿ ਕੋਵਿਡ ਕਰਕੇ ਹਦਾਇਤਾਂ ਐਸੀਆਂ ਸੀਗੀਆਂ, ਉਸ ਤਰ੍ਹਾਂ ਪ੍ਰਚਾਰ ਨਹੀਂ ਹੋ ਪਿਆ, ਸਾਰੀਆਂ ਗੱਲਾਂ ਮਿਲ ਕੇ ਕਿਹਾ ਜਾ ਸਕਦਾ। ਪਰ ਜਿਹੜੇ ਮੈਨੂੰ ਲੱਗਦਾ ਕਿ ਵੋਟਰ ਨੇ ਬਹੁਤ ਅੱਛੇ ਤਰੀਕੇ ਵੋਟ ਕੀਤਾ ਤੇ ਪਾਰਟੀਆਂ ਜੇ ਕਨਫਿਊਜ਼ ਹੋ ਗਈਆਂ, ਪਹਿਲਾਂ ਇਹ ਵੋਟਰ ਨੂੰ ਕਨਫਿਊਜ਼ ਕਰਦੀਆਂ ਸੀ, ਐਤਕੀ ਪਾਰਟੀਆਂ ਕਨਫਿਊਜ਼ ਨੇ ਤੇ ਮੈਨੂੰ ਲੱਗਦਾ ਵੀ ਬਦਲਾਅ ਹੋਏਗਾ।
ਜੇਕਰ ਆਪਾਂ ਅੰਮ੍ਰਿਤਸਰ ਦੀ ਗੱਲ ਕਰ ਹੀ ਰਹੇ ਹਾਂ ਤੇ ਇਸ ਦੇ ਵਿੱਚ ਮੈਂ ਕੁਝ ਐਡ ਕਰਨਾ ਚਾਹਾਂਗੀ। ਵੋਟਿੰਗ ਵਾਲੇ ਦਿਨ ਜਦ ਮਜੀਠੀਆ ਸਾਹਿਬ ਤੇ ਨਵਜੋਤ ਸਿੱਧੂ ਸਾਹਿਬ ਆਮਣੇ ਸਾਹਮਣੇ ਹੁੰਦੇ ਨੇ, ਉਸ ਤੋਂ ਬਾਅਦ ਉਹ ਬਹੁਤ ਹੀ ਵੱਖ-ਵੱਖ ਬਿਆਨ ਵੀ ਦਿੰਦੇ ਨੇ। ਹਾਂ ਬਿਲਕੁਲ, ਹਾਂਜੀ। ਉਹ ਗੱਲ ਇਸ ਤਰ੍ਹਾਂ ਦੇਖੋ, ਜੇ ਆਪਾਂ ਗੱਲ ਕਰੀਏ ਜਦੋਂ ਅਕਾਲੀ ਦਲ 'ਚ ਸੀਗੇ ਨਵਜੋਤ ਸਿੰਘ ਸਿੱਧੂ, ਉਹਦੇ ਇਕੱਠੇ ਲੜੇ ਆ, ਉਹਨਾਂ ਦੀ ਵੋਟ ਜਾਨੀ ਕੰਪੇਨਿੰਗ ਬਿਕਰਮ ਸਿੰਘ ਮਜੀਠੀਆ ਕੋਲੇ ਰਹੀ ਹੈ। ਉਹ ਦਾਅਵਾ ਵੀ ਕਰਦੇ ਨੇ ਕਿ ਜਦੋਂ ਇਹ MP ਲੜੇ ਸੀ ਮਜੀਠੀਆ ਹਲਕੇ ਦੀ ਸਭ ਤੋਂ ਜ਼ਿਆਦਾ ਵੋਟ ਪਈ ਹੈ, ਤੇ ਉਹ ਬਹੁਤ ਨੇੜੇ ਦੇ ਸੰਬੰਧ ਹੈ। ਇੱਕ ਦੂਸਰੇ ਦੇ ਵਿੱਚ ਕਟਾਕਸ਼ ਕਰਦੇ ਰਹਿੰਦੇ ਨੇ। ਹਾਲਾਂਕਿ ਬਿਕਰਮ ਸਿੰਘ ਮਜੀਠੀਆ ਕਟਾਕਸ਼ ਕਰਨ 'ਚ ਬੜੇ ਮਾਹਿਰ ਮੰਨੇ ਜਾਂਦੇ ਆ, ਸਿੱਧੂ ਸਾਹਿਬ ਸਿੱਧੀ ਗੱਲ ਕਰਨ ਦੇ ਵਿੱਚ। ਹੁਣ ਉਹ ਜਦੋਂ ਵੋਟ ਪਾ ਕੇ ਬਾਹਰ ਨਿਕਲਦੇ ਉਹ ਐਂਟਰ ਕਰਦੇ ਨੇ ਤੇ ਉਹ ਮਿਲਦੇ ਨੇ, ਉਹ ਨਮਸਕਾਰ ਕਰਦੇ ਨੇ। ਹਾਂਜੀ। ਤੇ ਉਹ ਸਿੱਟ ਹੁੰਦਾ ਬਾਹਰ ਆ ਕੇ ਉਹਨਾਂ ਦਾ ਬਿਆਨ ਆਉਂਦਾ ਕਿ ਮੈਂ ਤਾਂ ਇਸ ਕਰਕੇ ਮੇਰਾ ਸਤਿਕਾਰ ਕਰਨਾ ਮੇਰੀ ਫਿਤਰਤ 'ਚ ਹੈ, ਮੈਂ ਕੀਤਾ। ਤੇ ਪਰ ਬਾਹਰ ਆ ਕੇ ਇੱਕ ਗੱਲ ਹੋਰ ਜੋੜਦੇ ਨੇ, ਮੈਂ ਸੋਚ ਰਿਹਾ ਸੀ ਕਿ ਧੌਣ 'ਚ ਕਿੱਲਾ ਉਹੀ ਹੈ ਕਿ ਧੌਣ ਹਿਲਦੀ ਹੈ। ਯਾਨੀ ਕਿ ਉਹ ਕਟਾਕਸ਼ ਬੜੇ ਤਰੀਕੇ ਨਾਲ ਕਰਦੇ ਆ। ਸਿੱਧੂ ਸਾਹਿਬ ਕੁਛ ਹੋਰ ਹਿਸਾਬ ਨਾਲ ਬੋਲਦੇ ਆ। ਉਹਨਾਂ ਦੀ ਦੇਖੋ ਆਮ ਚਰਚਾ 'ਚ ਕਿ ਉਹ ਜਦੋਂ ਸਿੱਧਾ ਬੋਲਦੇ ਨੇ ਅਗਲਾ ਦੇ ਦੇਣਗੇ ਗੱਲ ਪਿੱਛਾ, ਉਹਨਾਂ ਦਾ ਸਟਾਈਲ ਹੋਰ ਆ। ਪਰ ਐਂ ਵੀ ਉੱਥੇ ਜਦੋਂ ਮਿਲਦੇ ਆ ਉੱਥੇ ਕੋਈ ਪ੍ਰਤੀਕਿਰਿਆ ਨਹੀਂ। ਸਿਆਸੀ ਧਿਰਾਂ ਦੇਖੋ ਐਤਕੀ ਇਸ ਚੋਣਾਂ ਦੇ ਵਿੱਚ ਬੜੀਆਂ ਗੱਲਾਂ ਨਜ਼ਰ ਆਈਆਂ। ਪਟਿਆਲੇ ਦੀ ਗੱਲ ਕਰੀਏ, ਆਪੋਜ਼ਿਟ ਕੈਂਡੀਡੇਟ ਮਿਲਦੇ ਨੇਗੇ, ਕਾਂਗਰਸ ਵਾਲੇ ਜਿਹੜੇ ਬ੍ਰਹਮਿੰਦਰਾ ਦੇ ਬੇਟੇ ਨੇ ਉਹ ਆਪ ਵਾਲੇ ਆਉਂਦੇ ਨੇ, ਉਹਨਾਂ ਦੇ ਫੁੱਲ ਪਾਉਣ ਲੱਗ ਜਾਂਦੇ। ਹਾਂਜੀ। ਉਦੋਂ ਮੁੜ ਕੇ ਬਾਅਦ ਉਹ ਦੂਸਰੇ ਵੀ ਪਾਉਣ ਲੱਗ ਜਾਂਦੇ। ਫਿਰ ਤੁਸੀਂ ਬਿਕਰਮ ਸਿੰਘ ਮਜੀਠੀਆ ਆਮ ਆਦਮੀ ਪਾਰਟੀ ਦੇ ਦਫ਼ਤਰ ਚਲੇ ਜਾਂਦੇ ਨੇ, ਉਹ ਜੱਫੀ ਪਾ ਕੇ ਮਿਲਦੇ ਨੇ। ਕਿਤੇ ਨਾ ਕਿਤੇ ਲੋਕਾਂ ਨੂੰ ਦੇਖਣਾ ਚਾਹੀਦਾ ਹੈ ਜਾਂ ਵੋਟਰਾਂ ਨੂੰ ਦੇਖਣਾ ਚਾਹੀਦਾ ਕਿ ਸਿਆਸਤਵਾਨ ਆਪਦੇ 'ਚ ਉਹ ਕਿੜ ਨਹੀਂ ਰੱਖਦੇ, ਸਮਾਜਿਕ ਜੀਵਨ 'ਚ ਸੈੱਟ ਰਹਿੰਦੇ ਨੇ। ਤੇ ਆਪਣੇ ਤੁਸੀਂ ਜਿਹੜੀਆਂ ਘਟਨਾਵਾਂ ਸਾਹਮਣੀਆਂ, ਗੋਲੀਆਂ ਚੱਲੀਆਂ, ਲੜਾਈ ਹੋਈ, ਲੰਬੀ ਦੇ ਵਿੱਚ ਤਾਂ ਲੱਤਾਂ ਤੱਕ ਤੋੜ ਦਿੱਤੀਆਂ ਗਈਆਂ ਇੱਕਦਮ। ਯਾਨੀ ਕਿ ਵੋਟਰਾਂ ਨੂੰ ਵੀ ਸਮਝ ਦੀ ਲੋੜ ਹੈ, ਸਿਆਸਤਵਾਨ ਸਿਰਫ ਸਟੇਜ 'ਤੇ ਵੱਖਰੇ ਨੇ, ਸਟੇਜ 'ਤੇ ਲੜਦੇ ਨੇ, ਉਹ ਨਹੀਂ ਲੜਦੇ। ਵੋਟਰਾਂ ਨੂੰ ਵੀ ਇੱਥੋਂ ਸਮਝਣ ਦੀ ਲੋੜ ਹੈ। ਪੰਜਾਬ ਦੀ ਗੱਲ ਕਰਦੇ ਹਾਂ, ਕੁਝ ਪਿੰਡਾਂ ਵਿੱਚ ਜਿਹੜਾ ਵੋਟ ਸੀ ਉਹਨਾਂ ਨੂੰ ਬਾਇਕਾਟ ਵੀ ਕੀਤਾ ਗਿਆ ਸੀ। ਕਿਹੜੇ ਪਿੰਡ ਸੀ ਉਹ ਤੇ ਕੀ ਕਾਰਨ ਸੀ ਬਾਇਕਾਟ ਕਰਨ? ਹਾਂ, ਉਹ ਇਸ ਤਰ੍ਹਾਂ ਬਹੁਤ ਵੱਡੀ ਗੱਲ ਹੈ ਐਤਕੀ। ਇਹ 9 ਪਿੰਡਾਂ 'ਚ ਐਸੀ ਗੱਲ ਹੋਈ ਹੈ ਲਵਲੀ। ਯਾਨੀ ਕਿ ਆਪਾਂ ਪਠਾਨਕੋਟ, ਮਾਫ ਕਰਨਾ, ਪਠਾਨਕੋਟ ਦੇ ਵਿੱਚ ਨੇ 7 ਪਿੰਡ। ਮਕਾਉਣ ਪੱਤਣ ਪੈਂਦਾ ਸਾਈਡ 'ਤੇ। ਉੱਥੇ ਕੀ ਹੈ ਕਿ ਇਲਾਕਾ, ਇਹ ਪਿੰਡ ਨੇ, ਉਹਦੇ ਵਿੱਚ ਪੁਲ ਬਣਾਇਆ ਹੋਇਆ ਇੱਕ ਆਉਣ ਜਾਣ ਲਈ, ਜਿਹਨੂੰ ਪਲਟੂਨ ਪੁਲ ਕਹਿੰਦੇ ਨੇ। ਫੌਜ ਜਦੋਂ ਲੜਾਈ ਲੜਦੀ ਹੈ ਉਹ 'ਚ ਨਾ ਆਰਜੀ ਪੁਲ ਬਣਦਾ, ਢੋਲ ਲਾ ਕੇ ਬਣਾਇਆ ਜਾਂਦਾ। ਅਤੇ ਉਹ ਉੱਥੋਂ ਦੇ ਪਿੰਡਾਂ ਦੀ ਇਹ ਸੀਗੀ ਮੰਗ ਕਿ ਇਹ ਪੁਲ ਬਣਾਇਆ ਜਾਵੇ। ਉਹਨਾਂ ਦਾ ਦੋਸ਼ ਹੈ ਕਿ ਪਿਛਲੇ 7 ਦਹਾਕਿਆਂ ਤੋਂ, ਆਜ਼ਾਦੀ ਤੋਂ ਬਾਅਦ, ਉਹ ਪੁਲ ਹੀ ਨਹੀਂ ਬਣ ਪਾਇਆ। ਹਰ ਵਾਰੀ ਮੰਗ ਕਰਦੇ ਨੇਗੇ ਉਹ। ਐਤਕੀ ਉਹਨਾਂ ਨੇ ਸਿੱਧਾ ਚੁਣੌਤੀ ਕਹੀ ਵੀ ਪਹਿਲਾਂ ਪੁਲ ਬਾਰੇ ਦੱਸੋ, ਨਹੀਂ ਅਸੀਂ ਵੋਟਾਂ ਦਾ ਬਾਈਕਾਟ ਕਰਦੇ। ਇਸੇ ਤਰ੍ਹਾਂ ਗੜ੍ਹਸ਼ੰਕਰ ਦੀ ਗੱਲ ਕਰੀਏ, ਗੜ੍ਹਸ਼ੰਕਰ ਦੇ ਵਿੱਚ ਵੀ ਐਸਾ ਹੀ ਹੈ ਕਿ ਉੱਥੇ ਇੱਕ ਰੇਲਵੇ ਪੁਲ ਬਣ ਗਿਆ ਅਤੇ ਉਹ ਬਲੌਕ ਹੋ ਜਾਂਦਾ ਰਸਤਾ, ਪਿੰਡ ਕੱਟੇ ਜਾਂਦੇ ਨੇ। ਉਹ 2 ਪਿੰਡ ਨੇ, ਟੋਟਲ 9 ਪਿੰਡਾਂ ਦੀ ਗੱਲ ਕਰੀਏ। ਉਹਨਾਂ ਨੇ ਬਾਈਕਾਟ ਕੀਤਾ ਵੀ ਅਸੀਂ ਇਸ ਲੋਕਤੰਤਰ ਨੂੰ ਸਿੱਧਾ ਇਤਰਾਜ਼ ਉਠਾਇਆ ਵੀ ਸਾਡੀ ਵੋਟ ਪੈਣ ਦਾ ਫਾਇਦਾ ਕੀ ਜੇ ਸਾਡੀ ਗੱਲ ਹੀ ਨਹੀਂ ਹੋ ਰਹੀ, ਅਸੀਂ ਨੁਮਾਇੰਦਾ ਚੁਣਦੇ ਹਾਂ, ਸਾਡੀ ਗੱਲ ਨਹੀਂ ਕਰਦਾ। ਇੱਥੋਂ 4500 ਦੇ ਕਰੀਬ ਵੋਟ ਸੀਗੀ ਇਹਨਾਂ ਪਿੰਡਾਂ ਦੀ, ਉਹ ਬਾਈਕਾਟ ਦੇ ਵਿੱਚ ਆ ਗਿਆ। ਦੇਖਦੇ ਹਾਂ ਕਿ ਹੁਣ ਜਿਹੜੀ ਨਵੀਂ ਵਿਧਾਨ ਸਭਾ ਆਉਂਦੀ ਹੈ ਉਹ ਇਹਨਾਂ ਪਿੰਡਾਂ ਦੇ ਬਾਈਕਾਟ ਨੂੰ ਜਾਂ ਇਹਨਾਂ ਦੇ ਇਤਰਾਜ਼ ਨੂੰ ਕਿਸ ਤਰ੍ਹਾਂ ਦੇਖਦੀ ਹੈ। ਬਹੁਤ ਵੱਡੀ ਗੱਲ ਹੁੰਦੀ ਹੈ। 4 ਮਹੀਨੇ ਕੱਟੇ ਰਹਿੰਦਾ ਉਹ ਪਿੰਡ, ਉਹ ਹਲਕੇ ਹੀ ਕੱਟੇ ਜਾਂਦੇ, ਪਿੰਡ ਕੱਟੇ ਜਾਂਦੇ ਨੇ ਕਿ ਬਿਲਕੁਲ 4 ਮਹੀਨੇ ਦੇ ਵਿੱਚ ਜਦੋਂ ਪੁਲ ਚੱਕ ਦਿੰਦੇ ਨੇਗੇ ਉਹ। ਅਤੇ ਬਹੁਤ ਵੱਡੀ ਗੱਲ ਹੈ ਇਹ। ਬਹੁਤ ਵੱਡਾ ਸਵਾਲ ਹੈ, ਧਿਆਨ ਮੰਗਦੀ ਹੈ ਸਿਆਸਤ ਦਾ ਅਤੇ ਲੀਡਰਾਂ ਦਾ ਵੀ ਧਿਆਨ ਮੰਗਦੀ ਹੈ। ਮਤਲਬ ਇੱਥੋਂ ਅਸੀਂ ਇਹ ਕਹਿ ਸਕਦੇ ਹਾਂ ਕਿ ਵੋਟਰ ਜਿਹੜੇ ਨੇ ਉਹ ਬਹੁਤ ਹੀ ਸਿਆਣੇ ਹੋ ਗਏ ਨੇ। ਉਹਨਾਂ ਦਾ ਇਹ ਕਹਿਣਾ ਹੈ ਕਿ ਜੇਕਰ ਤੁਸੀਂ ਸਾਡੇ ਮੁੱਦੇ ਚੱਕੋਗੇ, ਤੁਸੀਂ ਸਾਡੀਆਂ ਮੰਗਾਂ ਜਿਹੜੀਆਂ ਉਸ 'ਤੇ ਕੰਮ ਕਰੋਗੇ, ਫਿਰ ਅਸੀਂ ਜਿਹੜਾ ਸਾਡਾ ਆਪ ਦਾ ਅਧਿਕਾਰ ਹੈ ਉਹ ਪੂਰਾ ਕਰਾਂਗੇ। ਤੇ ਜੇਕਰ ਆਪਾਂ ਵੋਟ ਨਹੀਂ ਦੇਵਾਂਗੇ ਤਾਂ ਤੁਸੀਂ ਜਿੱਤ ਦੀ ਤੇ ਕੋਈ ਮੰਗ ਕਰ ਹੀ ਨਹੀਂ ਸਕਦੇ ਸਾਡੇ। ਹਾਂ, ਇੱਕ ਮੈਂ ਗੱਲ ਤੁਹਾਡੇ ਨਾਲ ਐਡ ਕਰਾਂ, ਤੁਹਾਡੇ ਨਾਲ ਮੈਨੂੰ ਲੱਗਦਾ ਵੀ ਜਿੱਥੇ ਬਾਕੀ ਤਾਂ ਸੰਵਿਧਾਨਕ ਗੱਲਾਂ ਨੇ ਉਹ ਕਿਵੇਂ ਹੁੰਦੀਆਂ ਨੇ ਪੂਰੀਆਂ, ਵੀ ਜੇ ਇਹਨਾਂ ਵੋਟਰਾਂ ਨੇ ਇਤਰਾਜ਼ ਕੀਤਾ, ਬਾਈਕਾਟ ਕੀਤਾ, ਇੱਕ ਆਪਣਾ ਨੋਟਾ ਦਾ ਬਟਨ ਹੋਏਗਾ। ਹੁਣ ਕਿਤੇ ਨਾ ਕਿਤੇ ਕਾਨੂੰਨ ਦੀ ਜਾਂ ਇੱਕ ਲੀਗਲਾਈਜ਼ ਕਰਨ ਦੀ ਮੰਗ ਉੱਠ ਰਹੀ ਹੈ ਵੀ ਜੇ ਕਿਸੇ ਖੇਤਰ ਦੇ ਵਿੱਚ 1% ਤੋਂ ਜ਼ਿਆਦਾ ਕੋਈ ਵੀ ਉਮੀਦਵਾਰ ਉੱਥੋਂ ਦੇ ਵੋਟਰਾਂ ਨੂੰ ਪਸੰਦ ਨਹੀਂ, ਤਾਂ ਵੋਟਿੰਗ ਕਿਵੇਂ ਹੋਣੀ ਚਾਹੀਦੀ ਹੈ ਅਗਲੇ ਵਾਰੀ, ਜਾਂ ਜਿਹੜੇ 1% ਤੋਂ ਜ਼ਿਆਦਾ ਬਾਈਕਾਟ ਹੋ ਜਾਂਦਾ ਤਾਂ ਫਿਰ ਕਿਸ ਤਰ੍ਹਾਂ ਹੋਣਾ ਚਾਹੀਦਾ। ਇਹ ਕਿਤੇ ਨਾ ਕਿਤੇ ਨਵੇਂ ਸਵਾਲ ਪੈਦਾ ਹੋ ਗਏ ਨੇ। ਇਹ ਸਰਕਾਰ ਨੂੰ, ਜਿਵੇਂ ਨੋਟਾ ਬਟਨ ਪਹਿਲਾਂ ਨਹੀਂ ਸੀਗਾ, ਇੱਕ ਫਾਰਮ ਭਰਨਾ ਪੈਂਦਾ ਸੀਗਾ, ਹੁਣ ਨੋਟਾ ਸਿੱਧਾ ਆ ਗਿਆ, ਜੇ ਕੋਈ ਉਮੀਦਵਾਰ ਨਹੀਂ ਪਸੰਦ ਤਾਂ ਨੋਟਾ ਲੱਭੋ। ਹੁਣ ਕਿਤੇ ਨਾ ਕਿਤੇ ਕਾਨੂੰਨ ਵੱਲ ਉਸ ਲੀਗਲਾਈਜ਼ ਕਰਨ ਵਾਸਤੇ ਮੰਗ ਵੱਧ ਰਹੀ ਹੈ ਕਿ 1% ਤੋਂ ਜ਼ਿਆਦਾ ਜੇ ਇਸ ਤਰ੍ਹਾਂ ਹੋ ਜਾਂਦਾ ਤਾਂ ਉਸ ਹਲਕੇ ਦੇ ਵਿੱਚ ਕੀ ਕਰਨਾ ਚਾਹੀਦਾ। ਜਿਵੇਂ ਇੱਕ ਟੈਂਡਰ ਵੋਟ ਪੈਂਦੀ ਹੈ ਜੀ, 14 ਕਿਸੇ ਵੀ ਬੂਥ ਦੇ ਵਿੱਚ 14% ਤੋਂ ਜ਼ਿਆਦਾ ਟੈਂਡਰ ਵੋਟ ਪੈ ਜੇ ਤਾਂ ਉੱਥੇ ਵੋਟਿੰਗ ਦੁਬਾਰਾ ਹੁੰਦੀ ਹੈ। ਹਾਂ, ਉਹ
ਇਹ ਜ਼ਰੂਰੀ ਹੋ ਗਈਆਂ ਗੱਲਾਂ। ਹੁਣ ਸਵਾਲ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਉੱਠ ਰਹੇ ਨੇ ਕਿ ਲੋਕਤੰਤਰ ਦੇ ਵਿੱਚ ਜਿਹੜਾ ਵੋਟਰ ਹੈ ਉਹ ਆਪਦੇ ਅਧਿਕਾਰਾਂ ਦੀ ਵੀ ਸਥਾਪਤੀ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ। ਮਤਲਬ ਕਿ ਆਪਾਂ ਇੱਥੇ ਇਹ ਦੇਖ ਸਕਦੇ ਹਾਂ ਕਿ ਇਹ ਵੀ ਕੁਝ ਕਾਰਨ ਨੇ, ਕੁਝ ਬਹੁਤ ਹੀ ਜ਼ਰੂਰੀ ਤੇ ਜੀ। ਮੇਨ ਕਾਰਨ ਨੇ ਜਿਹਦੇ ਚੱਲਦੇ ਜਿਹੜੀ ਐਤਕੀ ਵੋਟਾਂ ਦੀ ਜਿਹੜੀ ਫੀਸਦੀ ਆ ਉਹ ਘੱਟ ਦੇਖਣ ਨੂੰ ਮਿਲ ਰਹੀ ਹੈ। ਜੀ ਹਾਂ, ਇਹ ਕਾਰਨ ਨੇ। ਕਿੱਥੇ ਤਾਂ ਤੁਸੀਂ ਮੰਨ ਲਓ ਟੋਟਲ ਪੰਜਾਬ ਦੀ ਗੱਲ ਕਰੀਏ, ਵੋਟ ਪਾਉਣ ਹੀ ਨਹੀਂ ਨਿਕਲੇ ਤੇ ਉਹਨਾਂ ਨੇ ਇਤਰਾਜ਼ ਸ਼ਾਂਤੀ ਨਾਲ ਖਾਮੋਸ਼ੀ ਨਾਲ ਜਤਾਇਆ। ਕਿੰਨਾਂ ਨੇ ਐਲਾਨ ਕਰਕੇ ਜਤਾਇਆ ਵੀ ਅਸੀਂ ਵੋਟ ਬਾਈਕਾਟ ਕਰਦੇ ਹਾਂ। ਵੀ ਕਿਤੇ ਨਾ ਕਿਤੇ ਉਹ ਸਵਾਲ ਤਾਂ ਖੜੇ ਕਰਦੇ ਨੇ ਕਿ ਜਿਹੜੇ ਅਸੀਂ ਨੁਮਾਇੰਦੇ ਚੁਣਦੇ ਹਾਂ, ਉਸ ਜਿਹੜੇ ਵੋਟਰ ਚੁਣਦੇ ਨੇ ਨੁਮਾਇੰਦਗੀ ਲਈ, ਉਹਨਾਂ ਦੀ ਨੁਮਾਇੰਦਗੀ ਉਸ ਤਰ੍ਹਾਂ ਨਹੀਂ ਕਰਦੇ ਜਿਸ ਤਰ੍ਹਾਂ ਹੋਣੀ ਚਾਹੀਦੀ। ਅੰਮ੍ਰਿਤਸਰ ਤੋਂ ਅਮਰਗੜ੍ਹ ਤੋਂ ਜਿਹੜੇ ਸਿਮਰਨਜੀਤ ਮਾਨ ਨੇ ਉਹਦੇ ਤੇ ਕੁਝ ਨਵੀਂ ਚਰਚਾ ਦੇ ਲੱਗ ਰਹੇ ਨੇ, ਆਰੋਪ ਲੱਗ ਰਹੇ ਨੇ ਕਿ ਕੁਝ ਨਵੇਂ ਮੁੱਦੇ ਨਹੀਂ ਲੈ ਕੇ ਆ ਰਹੇ ਹੋ। ਜੀ ਅਮਰਗੜ੍ਹ ਜਿਹੜਾ ਹਲਕਾ ਹੈ ਇਸ ਵਾਰ ਚਰਚਾ 'ਚ ਰਿਹਾ, ਉਹ ਸਿਮਰਨਜੀਤ ਸਿੰਘ ਮਾਨ ਨੇ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ, ਉਹ ਇੱਕ ਅਲੱਗ ਏਜੰਡੇ ਤੋਂ ਚੱਲ ਰਹੇ ਨੇ। ਉਸ ਏਜੰਡੇ ਦੇ ਵਿੱਚ ਬਹੁਤ ਗਿਣਤੀ ਪੰਜਾਬ ਦੇ ਵੋਟਰ ਨੇ, ਉਹ ਸ਼ਾਇਦ ਸਹਿਮਤ ਨਹੀਂ ਨਜ਼ਰ ਆਉਂਦੇ ਕਿਉਂ ਲਗਾਤਾਰ ਹਾਰ ਰਹੇ ਨੇ। ਇੱਕ ਸਮਾਂ ਜਿੱਤੇ ਸੀਗੇ ਜਦੋਂ ਅਕਾਲੀ ਦਲ ਨੇ ਬਾਈਕਾਟ ਕੀਤਾ ਸੀ, ਉਦੋਂ ਉਹਨਾਂ ਨੇ ਕੁਛ ਐਸਾ ਮੁੱਦਾ ਉਠਾਇਆ ਪਾਰਲੀਮੈਂਟ ਦੇ ਵਿੱਚ, ਕਿਰਪਾਨ ਲੈ ਕੇ ਅੰਦਰ ਜਾਣ ਦੀ ਗੱਲ ਹੋਈ ਸੀ, ਕੁਝ ਕਾਨੂੰਨੀ ਹਦਾਇਤਾਂ ਦੇ ਬਾਅਦ ਉਹਨਾਂ ਨੂੰ ਸ਼ਾਮਲ ਹੀ ਹੋਣ ਦਿੱਤਾ। ਤੇ ਉਹ ਵੱਡੇ ਵਰਗ ਦਾ ਮੰਨਿਆ ਜਾ ਰਿਹਾ ਕਿ ਇਹ ਇਤਰਾਜ਼ ਸੀ ਕਿ ਤੁਸੀਂ ਸਿੱਖ ਮੁੱਦਿਆਂ ਪ੍ਰਤੀ ਜੀ ਗੱਲ ਕਰਨੀ ਸੀ, ਤੁਸੀਂ ਉੱਥੇ ਬੈਠ ਕੇ ਗੱਲ ਕਰਦੇ। ਇੱਕ ਉਹ ਕਿਰਪਾਨ ਦੀ ਐਸਾ ਮਸਲਾ ਉਠਾਇਆ ਜੋ ਉਹਨਾਂ ਲੋਕਾਂ ਦੀ ਗੱਲ ਦੇ ਵਿੱਚ ਉਹਨੂੰ ਲਾਂਭੇ ਕਰ ਦਿੱਤਾ ਗਿਆ। ਐਤਕੀ ਨਵੀਂ ਚਰਚਾ ਇਸ ਕਰਕੇ ਹੋਇਆ ਕਿ ਦੀਪ ਸਿੱਧੂ ਜੋ ਕਿ ਚਰਚਿਤ ਚਿਹਰਾ ਰਹੇ ਨੇ, ਅਦਾਕਾਰ ਨੇ ਤੇ ਅੱਛੇ ਬੁਲਾਰੇ ਨੇ, ਤੇ ਉਹਨਾਂ ਨੇ ਵੀ ਖਾਲਿਸਤਾਨ ਦੀ ਸਪੋਰਟ ਕੀਤੀ ਸੀਗੀ ਤੇ ਉਹਨਾਂ ਦੇ ਕਾਫੀ ਵਿਵਾਦਤ ਚਿਹਰਾ ਰਿਹਾ ਇਸ ਟਾਈਮ ਕਿਸਾਨ ਅੰਦੋਲਨ ਦੇ ਵਿੱਚ। ਉਹ ਜੇਲ੍ਹ ਵੀ ਗਏ, ਜ਼ਮਾਨਤ 'ਤੇ ਸੀਗੇ, ਹੁਣ ਉਹ ਆਉਂਦੇ ਨੇ ਤੇ ਇਹਨਾਂ ਦੇ ਸਮਰਥਨ 'ਚ ਉਤਰਦੇ ਨੇ। ਉਦੋਂ ਬਾਅਦ ਅਮਰਗੜ੍ਹ ਦੀ ਸੀਟ ਚਰਚਾ 'ਚ ਆ ਜਾਂਦੀ ਹੈ ਤੇ ਉਹਨਾਂ ਦਾ ਕਹਿਣਾ ਸੀਗਾ, ਉਹਨੇ ਬਹੁਤ ਦੇਖੋ ਉਹਨਾਂ ਦੀ ਭਾਸ਼ਣ ਕਲਾ ਬੜੀ ਜ਼ਬਰਦਸਤ ਸੀਗੀ, ਵੱਡੇ ਨੌਜਵਾਨ ਵਰਗ ਨੂੰ ਉਹ ਪ੍ਰਭਾਵਿਤ ਕਰਨ 'ਚ ਸਫਲ ਰਹੇ ਨੇ। ਉਹ ਆਉਂਦੇ ਨੇ, ਉਹ ਕਹਿੰਦੇ ਨੇਗੇ ਕਿ ਵੀ ਇਸ ਵਾਰ ਸਾਡੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੀ ਪੰਜਾਬ ਦੀ ਜਾਂ ਪੰਥ ਦੀ ਗੱਲ ਕਰਦੇ ਨੇ, ਉਹਨਾਂ ਨੂੰ ਜਿਤਾਉਣਾ ਚਾਹੀਦਾ। ਇੱਕ ਲੰਬੇ 3 ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਲੱਗੇ ਹੋਏ ਨੇ, ਹਾਰ ਰਹੇ ਨੇ। ਉਹਨਾਂ ਨੇ ਬਹੁਤ ਅੱਛੇ ਸਵਾਲ ਖੜੇ ਕੀਤੇ ਸੀ, ਪਰ ਉਦੋਂ ਬਾਅਦ ਕੀ ਹੁੰਦਾ ਕਿ ਉਹ ਪ੍ਰਚਾਰ ਕਰਦੇ ਨੇ ਉਹਨਾਂ ਦੇ ਹੱਕ 'ਚ, ਉਦੋਂ ਬਾਅਦ ਉਹਨਾਂ ਦਾ ਐਕਸੀਡੈਂਟ ਹੋ ਜਾਂਦਾ ਤੇ ਮੌਤ ਹੋ ਜਾਂਦੀ ਹੈ। ਮੌਤ ਹੋਣ ਤੋਂ ਬਾਅਦ ਜਿਹੜੇ ਉਹਨਾਂ ਦੇ ਸਮਰਥਕ ਨੇ, ਇੱਕ ਵੱਡਾ ਸਮੂਹ ਜਿੱਥੇ ਉਹਨਾਂ ਦਾ ਸੰਸਕਾਰ ਹੋਣਾ ਪਿੰਡ ਥਰੀਕੇ ਇਕੱਠਾ ਹੁੰਦਾ, ਉਹ ਕੈਂਡਲ ਮਾਰਚ ਚੱਲ ਰਹੇ ਨੇ, ਹੁਣ ਵੀ ਚੱਲ ਰਹੇ ਨੇ, ਪਰ ਉੱਥੇ ਉਹ ਜਿਹੜੇ ਸਮਰਥਕ ਨੇ ਉਹ ਮੰਗ ਕਰਦੇ ਨੇ ਵੀ ਉਹ ਇਹ ਸ਼ਰਧਾਂਜਲੀ ਹੋਏਗੀ ਦੀਪ ਸਿੱਧੂ ਨੂੰ ਜੇ ਅਮਰਗੜ੍ਹ ਹਲਕੇ ਦੇ ਵਿੱਚ ਸਿਮਰਜੀਤ ਸਿੰਘ ਮਾਨ ਨੂੰ ਜਿਤਾਇਆ ਜਾਂਦਾ। ਤੇ ਇਹ ਮੰਨਿਆ ਵੀ ਜਾਂਦਾ ਕਿ ਐਤਕੀ ਬਹੁਤ ਗਿਣਤੀ ਮੰਨ ਰਹੀ ਹੈ ਵੀ ਹੋ ਸਕਦਾ ਹੈ ਕਿ ਲੰਮੇ ਵਕਫੇ ਤੋਂ ਬਾਅਦ ਸਿਮਰਜੀਤ ਸਿੰਘ ਮਾਨ ਵਿਧਾਨ ਸਭਾ 'ਚ ਫਿਰ ਸ਼ਾਮਲ ਹੋਣ। ਪਰ ਇੱਕ ਅੱਗੇ ਸਵਾਲ ਫਿਰ ਉੱਠਦੇ ਨੇ ਕਿ ਕੀ ਉਹ ਫਿਰ ਉਹੀ ਮਸਲਾ ਰੱਖਦੇ ਨੇ ਤੇ ਉਹ ਵਿਧਾਨ ਸਭਾ ਜਾਂਦੇ ਹੈ ਜਾਂ ਨਹੀਂ ਜਾਂਦੇ, ਇਹ ਤਾਂ ਆਉਣ ਵਾਲੇ ਕੱਲ੍ਹ ਨੂੰ ਪਤਾ ਚੱਲੇਗਾ। ਆਰੋਪ ਤਾਂ ਆਖਿਰਕਾਰ ਇਸ ਤੇ ਹੀ ਲੱਗ ਰਹੇ ਨੇ ਕਿ ਮੁੱਦੇ ਤੇ ਉਹਨਾਂ ਦੇ ਉਹੀ ਨੇ ਜੀ, ਤੇ ਉਹ ਨਵੀਂ ਗੱਲ ਕੀ ਕਰਨਗੇ ਫਿਰ। ਹਾਂ, ਉਹੀਓ ਗੱਲ ਆ ਨਾ। ਹਾਂ, ਇਹਨਾਂ ਮੁੱਦਿਆਂ ਨੂੰ ਹੀ ਲੈ ਕੇ ਦੀਪ ਸਿੱਧੂ ਨੇ ਇੱਕ ਬੜੇ ਤਰੀਕੇ ਨਾਲ ਉਸ ਗੱਲ ਨੂੰ ਪ੍ਰਚਾਰਿਆ ਸੀਗਾ ਕਿ ਤੁਹਾਨੂੰ ਕਿਰਪਾਨ ਚਾਹੀਦੀ ਹੈ ਜਾਂ ਝਾੜੂ ਚਾਹੀਦਾ। ਉਹਨਾਂ ਨੇ ਇਸ ਚੀਜ਼ ਨੂੰ ਜੋੜਿਆ ਸੀਗਾ ਕਿ ਸਿੱਖ ਪੰਥ, ਸਿੱਖਾਂ ਦੇ ਨਾਲ ਗੁਰੂਆਂ ਵੱਲੋਂ ਬਖਸ਼ੀ ਹੋਈ ਚੀਜ਼ ਨੂੰ ਤੁਸੀਂ ਕਿਵੇਂ ਛੱਡ ਦੋਗੇ। ਯਾਨੀ ਬਹੁਤ ਇੱਕ ਵਧੀਆ ਤਰੀਕੇ ਨਾਲ ਉਹਨੇ ਪਰਿਭਾਸ਼ਿਤ ਕੀਤਾ ਸੀ ਤੇ ਲੋਕ ਪ੍ਰਭਾਵਿਤ ਵੀ ਹੁੰਦੇ ਸੀ। ਹੁਣ ਦੇਖਦੇ ਹਾਂ ਕਿ ਉੱਥੋਂ ਦੇ ਵੋਟਰ, ਉਸ ਹਲਕੇ ਦੇ ਵੋਟਰ ਇਹਨਾਂ ਦੀਪ ਸਿੱਧੂ ਦੀ ਮੌਤ ਨੂੰ ਤੇ ਉਹਦੀ ਪ੍ਰਚਾਰੀ ਹੋਈ ਗੱਲ ਨੂੰ ਤੇ ਪਿਛਲੇ ਲੰਬੇ ਦਹਾਕੇ 2-3 ਦਹਾਕਿਆਂ ਤੋਂ ਹਰਦੇ ਆਏ ਸਿਮਰਜੀਤ ਸਿੰਘ ਮਾਨ ਨੂੰ ਕਿਸ ਤਰ੍ਹਾਂ ਲੈਂਦੇ ਉਹ ਵੋਟਰ, ਯਾਨੀ ਕਿ ਦੱਸ ਦੇਣਗੇ। ਖਾਲਿਸਤਾਨ ਦੀ ਗੱਲ ਕੀਤੀ ਤੁਸੀਂ, ਖਾਲਿਸਤਾਨ ਸਪੋਰਟਰਸ ਨੇ ਜਿਹੜੇ, ਤੇ ਬੀਤੇ ਦਿਨ ਉਸ ਤੇ ਕੁਮਾਰ ਵਿਸ਼ਵਾਸ ਜੀ ਜਿਹੜੇ ਨੇ ਉਹਨਾਂ ਨੇ ਸਟੇਟਮੈਂਟ ਦਿੱਤਾ ਸੀਗਾ ਕਿ ਕੇਜਰੀਵਾਲ ਜਿਹੜੇ ਨੇ ਉਹ ਖਾਲਿਸਤਾਨ ਸਮਰਥਕ ਨੇ। ਉਹਦੇ ਉੱਤੇ ਮਨਜਿੰਦਰ ਸਿਰਸਾ ਜੀ ਨੇ ਵੀ ਕਿਹਾ ਕਿ ਮੈਂ ਜਿਹੜਾ ਕੁਮਾਰ ਵਿਸ਼ਵਾਸ ਜੀ ਨੇ ਉਹਨਾਂ ਦੀ ਗੱਲ ਤੇ ਸਹਿਮਤ ਹਾਂ, ਕੇਜਰੀਵਾਲ ਜੀ ਖਾਲਿਸਤਾਨ ਸਮਰਥਕ ਨੇ ਤੇ ਉਹ ਆਉਣ ਵਾਲੇ ਸਮੇਂ ਤੇ ਜਿਹੜੇ ਨੇ ਜੇਕਰ ਅਗਰ ਰਾਜ ਖਾਲਿਸਤਾਨ ਸਮਰਥਕ ਨਾਲ ਬਣਦਾ ਹੈ ਤੇ ਉਸ ਦੇ ਪ੍ਰਧਾਨ ਮੰਤਰੀ ਬਣਨਾ ਪਸੰਦ ਕਰਨਗੇ। ਹਾਂ, ਦੇਖੋ ਚੋਣਾਂ ਦੇ ਵੋਟਾਂ ਪੈਣ ਦੇ ਨੇੜੇ ਸਮੇਂ ਦੇ ਵਿੱਚ, ਉਸ ਸਮੇਂ ਦੌਰਾਨ ਇੱਕ ਚੈਨਲ ਤੇ ਕੁਮਾਰ ਵਿਸ਼ਵਾਸ ਜੋ ਆਮ ਆਦਮੀ ਪਾਰਟੀ ਦੇ ਸੰਸਥਾਪਕ ਰਹੇ ਨੇ, ਹੁਣ ਉਹ ਵੱਖਰੇ ਨੇ, ਉਹਨਾਂ ਤੋਂ ਸਵਾਲ ਪੁੱਛਦੇ ਨੇ ਮੀਡੀਆ ਕਿ ਕੇਜਰੀਵਾਲ ਬਾਰੇ ਸਵਾਲ ਕਰਦੇ ਨੇ। ਉਹ ਕਹਿੰਦੇ ਵੀ ਕੇਜਰੀਵਾਲ ਬਾਰੇ ਉਹਨਾਂ ਨੇ ਜਦੋਂ ਪ੍ਰਸ਼ਨ ਖੜੇ ਕੀਤੇ, ਉਹ ਕਹਿੰਦੇ ਵੀ ਕੇਜਰੀਵਾਲ, ਉਹਨਾਂ ਦੀ ਪੂਰੀ ਗੱਲ ਕਹਿਣ ਦਾ ਮਤਲਬ ਇਹ ਸੀ ਕਿ
ਉਹ ਸੱਤਾ ਲੋਭੀ ਨੇ, ਕਿਸੇ ਵੀ ਤਰੀਕੇ ਉਹਨਾਂ ਨੂੰ ਸੱਤਾ ਚਾਹੀਦੀ। ਉਹਨਾਂ ਦਾ ਕਹਿਣਾ ਸੀ ਕਿ ਜਦੋਂ ਉਹਨਾਂ ਦੀ ਗੱਲ ਹੋਈ ਕਿ ਵੀ ਜਦੋਂ ਉਹਨਾਂ ਨੇ ਪਿੱਛੇ ਚੋਣਾਂ ਦੇ ਵਿੱਚ ਕੀ ਹੋਇਆ ਸੀਗਾ ਕਿ ਇੱਕ ਵਾਰ ਚਰਚਾ ਹੋਈ ਸੀ, ਉਹ ਜਿਹੜੇ ਯਾਨੀ ਕਿ ਖਾਲਸਾ ਪੰਥ ਦੇ ਜਾਂ ਖਾਲਿਸਤਾਨੀ ਦੀ ਮੰਗ ਰੱਖਣ ਵਾਲੇ ਉਹਨਾਂ ਦੇ ਘਰ ਠਹਿਰੇ ਸੀਗੇ, ਉਹ NRI ਸੀਗੇ। ਇਹਨਾਂ ਨੇ ਸਵਾਲ ਉਠਾਏ ਸੀ ਵੀ ਤੁਸੀਂ ਇਸ ਤਰ੍ਹਾਂ ਨਾ ਕਰੋ, ਇਹਦਾ ਬੁਰਾ ਪ੍ਰਭਾਵ ਜਾਂਦਾ ਹੈ। ਵੱਖਵਾਦੀ ਦੀ ਗੱਲ ਹੁੰਦੀ ਹੈ, ਅਲਗਾਵਵਾਦੀ ਕਹਿੰਦੇ ਆਪਾਂ। ਅਤੇ ਜਦੋਂ ਉਹਨਾਂ ਨੇ ਗੱਲ ਕੀਤੀ, ਉਹਨਾਂ ਨੇ ਦੱਸਿਆ ਕਿ ਮੈਂ ਇਹਨਾਂ ਨੂੰ ਕਿਹਾ ਵੀ ਇਸ ਤਰ੍ਹਾਂ ਨਾ ਕਰੋ। ਕਹਿੰਦੇ ਕੋਈ ਗੱਲ ਨਹੀਂ, ਬੜੇ ਸਿੰਪਲ ਤੌਰ 'ਤੇ ਵੀ ਇਸ ਵਿਸ਼ੇ 'ਤੇ ਆਪਾਂ ਨੂੰ ਸਪੋਰਟ ਮਿਲੇਗੀ, ਆਪਾਂ ਪੰਜਾਬ ਦੇ ਮੁੱਖ ਮੰਤਰੀ ਬਣਾਂਗੇ। ਉਹ ਕਹਿੰਦੇ ਅਲਗਾਵਵਾਦੀ ਦੀ ਗੱਲ ਕਰੋ ਤਾਂ ਪੰਜਾਬ ਵੱਖਰਾ ਹੋ ਸਕਦਾ। ਉਹ ਕਹਿੰਦੇ ਫਿਰ ਆਪਾਂ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾਵਾਂਗੇ। ਕਿਤੇ ਨਾ ਕਿਤੇ ਉਹਨਾਂ ਦੀਆਂ ਗੱਲਾਂ ਇਹ ਕਹਿੰਦੀਆਂ ਸੀਗੀਆਂ ਕਿ ਕੇਜਰੀਵਾਲ ਦੀ ਅਗਵਾਈ 'ਚ ਚੱਲ ਰਹੀ ਪਾਰਟੀ ਲੋਕਾਂ ਦੀ ਪਾਰਟੀ ਨਹੀਂ ਹੈ, ਅਲਗਾਵ ਦੀ ਗੱਲ ਕਰਦੀ ਹੈ। ਇਹ ਉਹਨਾਂ ਦੇ ਕਹਿਣ ਦੀ ਗੱਲ ਸੀ। ਪਰ ਉਦੋਂ ਬਾਅਦ ਜੇ ਆਪਣਾ ਸਵਾਲ ਉਠਾਉਂਦੇ ਨੇ ਕੇਜਰੀਵਾਲ, ਉਹ ਕਹਿੰਦੇ ਮੈਂ ਤਾਂ ਕੰਮ ਕਰਦਾ। ਉਹ ਤਾਂ ਆਪਦੇ ਆਪ ਨੂੰ ਨਵਾਂ ਨਾਮ ਦਿੰਦੇ ਨੇ, ਸਵੀਟ ਆਤੰਕਵਾਦੀ, ਜਿਹੜਾ ਬੰਦਾ ਕੰਮ ਕਰਦਾ। ਫਿਰ ਦੂਸਰੀ ਗੱਲ, ਉਦੋਂ ਬਾਅਦ ਵਿਸ਼ਵਾਸ ਸਾਹਿਬ ਫਿਰ ਜਵਾਬ ਦਿੰਦੇ ਨੇ। ਉਹ ਕਹਿੰਦੇ ਵੀ ਮੇਰੇ ਕੋਲੇ ਤੱਥ ਵੀ ਹੈਗੇ ਨੇ, ਸਬੂਤ ਵੀ ਹੈਗੇ ਨੇ, ਕਿਸੇ ਵੀ ਜਗ੍ਹਾ ਬੈਠ ਕੇ ਮੰਚ 'ਤੇ ਬੈਠ ਕੇ ਚਰਚਾ ਕਰ ਸਕਦੇ ਆ, ਦੁੱਧ ਦਾ ਦੁੱਧ ਪਾਣੀ ਕਰ ਦੇਂਗੇ। ਪਰ ਉਹ ਹੁਣ ਕੇਜਰੀਵਾਲ ਨੂੰ ਵੀ ਸਿਆਸਤ ਬੜੀ ਗਹਿਰੇ ਤਰੀਕੇ ਨਾਲ ਕਰਦੇ। ਲਖਨਊ ਦੇ ਵਿੱਚ ਵੀ ਉਹਨਾਂ ਨੇ ਇਸ ਤਰ੍ਹਾਂ ਦਾ ਬਿਆਨ ਦਿੱਤਾ ਹੈਗਾ। ਯਾਨੀ ਕਿ ਇਹ ਤਾਂ ਉਹ ਸੰਸਥਾਪਕ ਜੇ ਕਹਿ ਰਿਹਾ, ਇਹ ਤਾਂ ਲੋਕਾਂ ਨੇ ਜਾਂ ਵੋਟਰਾਂ ਨੇ ਦੇਖਣਾ ਵੀ ਉਹ ਗੱਲ ਕਿੰਨੀ ਸੱਚੀ ਹੈ। ਪਰ ਇਹ ਚਰਚਾ 'ਚ ਜ਼ਰੂਰ ਆ ਗਈ ਹੈ। ਕਿੱਥੇ ਆਪਾਂ ਰਾਸ਼ਟਰਵਾਦ ਦੀ ਗੱਲ ਕਰਦੇ ਹਾਂ, ਪੱਖਵਾਦ ਦੀ ਗੱਲ ਨਹੀਂ ਕਰਦੇ। ਵੋਟਰ ਇਹਨੂੰ ਕਿਸ ਤਰ੍ਹਾਂ ਲੈਂਦੇ ਨੇ, ਇਹ ਨਤੀਜਿਆਂ ਤੋਂ ਬਾਅਦ ਪਤਾ ਲੱਗ ਜਾਏਗਾ। ਚੋਣਾਂ ਦੀਆਂ ਜਦ ਗੱਲਾਂ ਚੱਲ ਰਹੀਆਂ ਨੇ, ਤੇ ਆਪਾਂ ਫਿਰ ਇਹ ਵੀ ਗੱਲ ਉਸ 'ਤੇ ਐਡ ਕਰਦੇ ਹਾਂ ਕਿ ਰਾਮ ਰਹੀਮ ਜੀ ਨੂੰ ਜਿਹੜੀ ਫਰਲੋ ਮਿਲੀ ਹੈ, ਉਸ 'ਤੇ ਵੀ ਸਵਾਲ ਉੱਠ ਰਹੇ ਨੇ ਕਿ ਚੋਣਾਂ ਦੇ ਪ੍ਰਭਾਵ ਦੇ ਲਈ ਫਰਲੋ ਮਿਲੀ ਹੈ। ਤੇ ਹੁਣ ਸਰਕਾਰ ਕੋਲੋਂ ਜਿਹੜਾ ਜਵਾਬ ਹੈ ਉਹ ਮੰਗਿਆ ਜਾ ਰਿਹਾ ਹੈ। ਕੀ ਉਹ ਜਵਾਬ? ਜੀ ਹਾਂ ਲਵਲੀ, ਉਹ ਇਸ ਤਰ੍ਹਾਂ ਸੀਗਾ ਕਿ ਚੋਣਾਂ ਦੇ ਨੇੜੇ ਰਾਮ ਰਹੀਮ ਨੂੰ ਇੱਕ ਡੇਰੇ ਦੇ ਮੁਖੀ ਨੂੰ ਫਰਲੋ ਮਿਲ ਜਾਂਦੀ ਹੈ, ਕਿਉਂਕਿ ਉਹ ਸੰਗੀਨ ਮਾਮਲਿਆਂ ਵਿੱਚ ਵੱਡੀ ਸਜ਼ਾ ਕੱਟ ਰਹੇ ਨੇ। ਲਗਭਗ 20 ਤੋਂ ਜ਼ਿਆਦਾ, ਯਾਨੀ ਕਿ 2 ਕਤਲ ਦੇ ਮਾਮਲੇ ਨੇ, ਰੇਪ ਦੇ ਮਾਮਲੇ ਨੇ। ਹੁਣ ਮੰਨਿਆ ਇਹ ਜਾਂਦਾ ਸੀਗਾ ਕਿ ਮੈਂ ਜਿਹਦੇ ਨਾਲ ਗੱਲ ਇੱਕ ਹੋਰ ਕਰਦਾ ਕਿ ਇਸ ਫਰਲੋ ਤੋਂ ਪਹਿਲਾਂ ਵੀ ਇੱਕ ਗੱਲਾਂ ਚੱਲੀਆਂ ਸੀਗੀਆਂ ਕਿ ਉਸ ਪ੍ਰਭਾਵ ਹੇਠ ਗੱਲ ਉਦੋਂ ਗੱਲ ਚੱਲੀ ਸੀ ਕਿ ਰਾਮ ਰਹੀਮ ਜੀ ਆਉਣਗੇ, ਫਿਰ ਗੱਲ ਉਹ ਮੋਦੀ ਸਾਹਿਬ ਕਰਨੀ, ਕੋਈ ਇਸ ਤਰ੍ਹਾਂ ਦੀ ਚਰਚਾ ਚੱਲੀ ਸੀਗੀ ਗੁਰਦੁਆਰਾ ਸਾਹਿਬ ਦੇ ਵਿੱਚੋਂ। ਉਹ ਇੱਕ ਮਾਮਲਾ ਭਖਿਆ ਵੀ ਸੀਗਾ। ਫਰਲੋ ਹੋ ਜਾਂਦੀ ਹੈ। ਫਰਲੋ ਵਿੱਚ ਜੇ ਆਪਾਂ ਤੱਥ ਦੇਖੀਏ ਤਾਂ ਉਹ ਇਹ ਹੈ ਕਿ ਲੰਬੀ ਸਜ਼ਾ ਕੱਟ ਰਹੇ ਵਿੱਚ ਕਿਸੇ ਵੀ ਕੈਦੀ ਦੇ ਵਿੱਚ ਜੋ 3 ਸਾਲ ਹੋ ਜਾਂਦਾ ਉਹਨੂੰ, ਤਾਂ ਉਦੋਂ ਬਾਅਦ ਉਹ ਹੱਕਦਾਰ ਹੋ ਜਾਂਦਾ ਫਰਲੋ ਦਾ। ਪਰ ਉਹਦੀ ਰਿਪੋਰਟ ਸਰਕਾਰ ਦਿੰਦੀ ਹੈ ਵੀ ਇਹ ਠੀਕ ਹੈ, ਇਹਨੂੰ ਬਾਹਰ ਭੇਜ ਕੇ ਕੋਈ ਗੜਬੜ ਤਾਂ ਨਹੀਂ ਹੋ ਸਕਦੀ। ਹਾਰਡਕੋਰ ਕ੍ਰਿਮੀਨਲ ਨੂੰ ਨਹੀਂ ਕੀਤਾ ਜਾਂਦਾ। ਹੁਣ ਇਹ ਕੀ ਹੋਇਆ ਕਿ ਜਦੋਂ ਵੋਟਾਂ ਦੇ ਨੇੜੇ ਫਰਲੋ ਹੁੰਦੀ ਹੈ, ਉਹ ਮਾਲਵੇ ਦੇ ਵੱਡੇ ਖੇਤਰ ਦੇ ਵਿੱਚ ਜਿੱਥੋਂ 69 ਉਮੀਦਵਾਰ ਚੁਣ ਕੇ ਆਉਂਦੇ ਨੇ, 69 ਉਹ ਸਿਆਸਤ ਨੂੰ ਪ੍ਰਭਾਵਿਤ ਕਰਦੇ ਨੇ। ਉਸ ਏਰੀਏ ਦੇ ਵਿੱਚ ਮਾਲਵੇ ਖੇਤਰ 'ਚ ਇਸ ਡੇਰੇ ਦਾ, ਇਸ ਡੇਰਾ ਮੁਖੀ ਦਾ ਪ੍ਰਭਾਵ ਹੈ। ਅਤੇ ਵਿਰੋਧੀ ਧਿਰਾਂ ਨੇ ਸਵਾਲ ਉਠਾਏ ਕਿ ਫਰਲੋ ਇਸ ਸਮੇਂ 'ਤੇ ਹੋ ਜਾਂਦੀ, ਉਹ ਵੀ 21 ਦਿਨਾਂ ਦੀ। ਇੱਕ ਵੱਡਾ ਉੱਥੋਂ ਬੈਠ ਖਿਆਲ ਹੈ ਕਿ ਕਈ ਹਦਾਇਤਾਂ ਲੱਗੀਆਂ, ਕੋਰਟ ਅਦਾਲਤ ਨੇ ਲਾਈਆਂ ਸੀਗੀਆਂ ਵੀ ਤੁਸੀਂ ਜਾ ਨਹੀਂ ਸਕਦੇ, ਐ ਨਹੀਂ ਕਰ ਸਕਦੇ, ਜੋ ਵੀ ਸੀ ਪ੍ਰਚਾਰ ਨਹੀਂ ਕਰ ਸਕਦੇ, ਉਹ ਕਈ ਹਦਾਇਤਾਂ ਲਾਈਆਂ। ਪਰ ਫਿਰ ਵੀ ਇਹ ਸਵਾਲ ਉੱਠੇ। ਇੱਕ ਪਟੀਸ਼ਨ ਦਾਇਰ ਹੁੰਦੀ ਹੈ, ਪਟੀਸ਼ਨ ਦੇ ਵਿੱਚ ਸਰਕਾਰ ਨੂੰ ਨੋਟਿਸ ਹੁੰਦਾ, ਕਿਉਂਕਿ ਸਰਕਾਰ ਦਿੰਦੀ ਹੈ ਅਦਾਲਤ ਨੂੰ ਵੀ ਇਹਨੂੰ ਫਰਲੋ ਦਿੱਤੀ ਜਾਵੇ ਜਾਂ ਨਾ ਦਿੱਤੀ ਜਾਵੇ। ਨੋਟਿਸ ਤੋਂ ਬਾਅਦ ਕੀ ਹੁੰਦਾ ਕਿ ਜਿਹੜਾ ਜਵਾਬ ਦਾਖਲ ਕੀਤਾ ਸਰਕਾਰ ਨੇ, ਉਹ ਕੀਤਾ ਹੈ ਕਿ ਜਿਹੜੇ ਕਤਲ ਦੇ ਮਾਮਲੇ ਨੇ, ਕਤਲ ਦੇ ਮਾਮਲੇ ਵਿੱਚ ਇਹ ਸਿੱਧੇ ਤੌਰ 'ਤੇ ਸ਼ਾਮਲ ਨਹੀਂ ਹੈ, ਇਸ ਕਰਕੇ ਇਹਨਾਂ ਨੂੰ ਹਾਰਡ ਕੋਰ ਕ੍ਰਿਮੀਨਲ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ। ਅਤੇ ਉਹਨਾਂ ਨੇ ਐਡਵੋਕੇਟ ਜਨਰਲ ਤੋਂ ਇਹ ਰਾਏ ਮੰਗੀ ਸੀ, ਉਹਦੇ ਆਧਾਰ 'ਤੇ ਰਾਏ ਦਿੱਤੀ, ਅਤੇ ਇਸ ਕਰਕੇ ਉਹ ਆਧਾਰ ਨੂੰ ਬਣਾ ਕੇ ਅਦਾਲਤ ਨੇ 21 ਦਿਨਾਂ ਦਾ ਇਹਨਾਂ ਨੂੰ ਫਰਲੋ ਤਾਂ ਦਿੱਤਾ। ਹਾਲਾਂਕਿ ਉੱਥੇ ਇੱਕ ਬਹੁਤ ਵੱਡਾ ਸਵਾਲ ਹੈ, ਜਿਹਦੇ ਜਵਾਬ ਦੇ ਵਿੱਚ ਵੀ 2 ਉਹ ਰੇਪ ਦੇ ਮਾਮਲਿਆਂ 'ਚ ਵੀ ਨੇ ਦੋਸ਼ੀ ਨੇ, ਉਹ ਗੱਲ ਪਾਸੇ ਰੱਖ ਦਿੱਤੀ ਗਈ। ਕਿਤੇ ਨਾ ਕਿਤੇ ਗੱਲ ਫਿਰ ਵੀ ਸਵਾਲਾਂ 'ਚ ਜਾਂਦੀ ਹੈ। ਪਰ ਆਪਾਂ ਅਦਾਲਤ ਦੇ ਉਹਨਾਂ ਮਾਮਲਿਆਂ 'ਚ ਇੰਨਾ ਟਿੱਪਣੀ ਕਰ ਨਹੀਂ ਸਕਦੇ, ਅਤੇ ਨਾ ਆਪਾਂ ਨੂੰ ਕਰਨੀ ਚਾਹੀਦੀ ਹੈ। ਉਹ ਆਧਾਰ ਬਣਾਇਆ ਸੀ। ਪਰ ਹੁਣ ਕੱਲ੍ਹ ਨੂੰ ਫਿਰ ਇਹਦੇ ਪ੍ਰਤੀ ਸੁਣਵਾਈ ਹੈ, ਅਦਾਲਤ ਇਹ 'ਤੇ ਕੀ ਰੁਖ ਲੈਂਦੀ ਹੈ, ਫਿਰ ਆਉਣ ਵਾਲੇ ਦਿਨਾਂ 'ਚ। ਪਰ ਸਵਾਲ ਤੋਂ ਬਾਅਦ ਫਿਰ ਸਵਾਲ ਉੱਥੇ ਹੀ ਖੜ੍ਹੇ ਆ। ਰਾਮ ਰਹੀਮ ਦੇ ਬਾਅਦ ਮੈਂ ਤੁਹਾਡੇ ਕੋਲ ਇੱਕ ਸਵਾਲ ਹੋਰ ਕਰਨਾ ਚਾਹਾਂਗੀ ਸਰ ਕਿ ਜਿਹੜੀ ਸਿਆਸਤ 'ਚ ਪਾਰਟੀ ਜਿਹੜੀ ਚੱਲ ਰਹੀ ਹੈ, ਕਾਂਗਰਸ ਪਾਰਟੀ, ਉਹਦੇ ਵਿੱਚ ਪਹਿਲਾਂ ਵੀ ਬੜੇ ਸਾਰੇ ਕੁਝ ਖਿੱਚਤਾਨ, ਜਿਵੇਂ ਨਵਜੋਤ ਸਿੰਘ ਸਿੱਧੂ ਦੇ ਵਿੱਚ, ਮਜੀਠੀਆ ਦੇ ਵਿੱਚ, ਚੰਨੀ ਸਾਹਿਬ ਦੇ ਵਿੱਚ ਚੱਲਦੇ ਆ ਰਹੇ ਸੀ। ਅਤੇ ਹੁਣ ਹਲੇ ਵੀ ਜੇ ਆਪਾਂ ਦੇਖਦੇ ਹਾਂ ਤਾਂ ਹਜੇ ਵੀ ਉਹੀ ਜਿਹੜੇ ਖਿੱਚਤਾਨ ਨੇ ਕਾਂਗਰਸ ਪਾਰਟੀ ਦੇ ਵਿੱਚ, ਉਹ ਵੀ ਚੱਲਦੇ ਹੀ ਜਾ ਰਹੇ ਨੇ। ਜੀ ਬਿਲਕੁਲ। ਦੇਖੋ ਤੁਸੀਂ, ਵੋਟਾਂ ਪੈ ਗਈਆਂ ਨੇ, ਲੋਕਾਂ ਨੇ ਆਪਦਾ ਵੋਟ ਦਾ ਅਧਿਕਾਰ ਇਸਤੇਮਾਲ ਕਰਦੇ ਆਪਦਾ ਫੈਸਲਾ ਦੇ ਦਿੱਤਾ ਹੈ। ਉਹ ਵੱਖਰੀ ਗੱਲ ਹੈ ਕਿ ਆਪਾਂ ਨੂੰ 10 ਤਰੀਕ ਤੋਂ ਬਾਅਦ ਪਤਾ ਚੱਲਣਾ। ਪਰ
ਸਿਆਸੀ ਧਿਰ ਗੈਰ ਜ਼ਿੰਮੇਵਾਰਾਨਾ ਨਜ਼ਰ ਆ ਰਹੀ ਹੈ। ਵੱਡੇ ਵੱਡੇ ਲੀਡਰ, ਜੇ ਆਪਾਂ ਗੱਲ ਕਰੀਏ ਗੁਰਜੀਤ ਔਜਲਾ ਦੀ, MP ਨੇ ਉਹ, ਤੇ ਉਹਨਾਂ ਨੇ ਆਪਣੇ ਆਪ ਦੇ ਹੀ ਪ੍ਰਧਾਨ ਤੇ ਸਵਾਲ ਉਠਾਏ। ਕਹਿੰਦੇ ਵੋਟ ਫੀਸ ਦੀ ਘੱਟ ਕਿਉਂ ਹੋਈ ਹੈ, ਵੀ ਸਿੱਧੂ ਸਾਹਿਬ ਦੀ ਬੋਲਬਾਣੀ ਨਹੀਂ ਪਸੰਦ ਲੋਕਾਂ ਨੂੰ। ਫਿਰ ਆਪਾਂ ਗੱਲ ਕਰੀਏ ਕਿ ਜਾਖੜ ਸਾਹਿਬ ਦੀ, ਜੋ ਸਾਬਕਾ ਪ੍ਰਧਾਨ ਨੇ, ਉਹ ਕਹਿੰਦੇ ਨੇਗੇ ਕਿ ਕਿਸਾਨ ਅੰਦੋਲਨ ਦੇ ਸੰਬੰਧੀ ਜਿਹੜਾ ਸਵਾਲ ਉਠਾਇਆ ਗਿਆ ਸੀ ਕੇਂਦਰ ਸਰਕਾਰ ਦੇ ਖਿਲਾਫ, ਹੋ ਸਕਦਾ ਹੈ ਵੀ ਇਸ ਤੋਂ ਬਾਅਦ ਕੇਂਦਰ ਸਰਕਾਰ ਕਿਸਾਨ ਵਿਰੋਧੀ ਬਿੱਲ ਹੋਰ ਲਿਆਏ। ਜੇ ਕਿਸਾਨ ਨੂੰ ਇੱਥੇ ਨੁਮਾਇੰਦਗੀ ਨਹੀਂ ਮਿਲਦੀ, ਇਹਨਾਂ ਵੋਟਾਂ ਦੇ ਵਿੱਚ ਉਮੀਦਵਾਰ ਨਹੀਂ ਚੁਣੇ ਜਾਂਦੇ, ਤਾਂ ਫਿਰ ਕਿਤੇ ਨਾ ਕਿਤੇ ਫਿਰ ਸਵਾਲੀ ਘੇਰੇ 'ਚ ਆ ਜਾਂਦਾ ਵੀ ਉਹ ਅਸਿੱਧੇ ਰੂਪ ਦੇ ਵਿੱਚ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੂੰ ਉਹ ਕਰ ਰਹੇ ਨੇ, ਤੇ ਆਪ ਦੀ ਪਾਰਟੀ ਤੇ ਵੀ ਸਵਾਲ ਉਠਾ ਰਹੇ ਨੇ ਕਿ ਭਾਜਪਾ ਨੂੰ ਉੱਪਰ ਰੱਖ ਕੇ ਵੀ ਕਿਤੇ ਨਾ ਕਿਤੇ ਕਾਂਗਰਸ ਨੂੰ ਨੀਵਾਂ ਦਿਖਾ ਰਹੇ ਨੇ। ਇਹ ਸਾਰੀਆਂ ਗੱਲਾਂ ਕਿਤੇ ਨਾ ਕਿਤੇ ਇਹ ਦੱਸ ਰਹੀਆਂ ਨੇ। ਹੁਣ ਜੇ ਆਪਾਂ ਗੱਲ ਕਰੀਏ, ਚੋਣਾਂ ਵੀ ਇਹਨਾਂ ਨੇ ਇਸੇ ਤਰ੍ਹਾਂ ਹੀ ਲੜੀਆਂ। ਰਾਣਾ ਗੁਰਜੀਤ ਦੀ ਗੱਲ ਕਰੀਏ, ਉਹ ਬੇਟਾ ਲੜ ਰਿਹਾ ਆਜ਼ਾਦ, ਤੇ ਰਾਣਾ ਗੁਰਜੀਤ ਉਹਦੀ ਸਪੋਰਟ ਕਰ ਰਹੇ ਨੇ, ਤੇ ਇੱਕ ਜਗ੍ਹਾ ਸੀਟ ਤੇ ਬੈਠੇ ਨੇ। ਉੱਥੇ ਕਾਂਗਰਸ ਪਾਰਟੀ ਦੇ ਖਿਲਾਫ ਲੜ ਰਿਹਾ ਉਹਨਾਂ ਦਾ ਬੇਟਾ। ਇਸੇ ਤਰ੍ਹਾਂ ਆਪਾਂ ਚਰਨਜੀਤ ਚੰਨੀ ਦੀ ਗੱਲ ਕਰੀਏ, ਉਹਨਾਂ ਦੇ ਬ੍ਰਦਰ ਮਨੋਹਰ ਸਿੰਘ, ਉਹ ਆਜ਼ਾਦ ਲੜ ਰਹੇ ਨੇ, ਉਹ ਵੀ ਕਾਂਗਰਸ ਉਮੀਦਵਾਰ ਤੇ ਤਾਂ ਅਗੇਂਸਟ ਹੀ ਲੜਨਗੇ ਨਾ। ਤੇ ਇਸ ਤਰ੍ਹਾਂ ਕਰਕੇ ਕਾਂਗਰਸ ਨੂੰ ਕਿਤੇ ਨਾ ਕਿਤੇ ਇਹਨਾਂ ਗੱਲਾਂ ਦਾ ਹਰਜਾਨਾ ਭੁਗਤਣਾ ਪੈ ਸਕਦਾ। ਹੋ ਸਕਦਾ ਵੋਟਾਂ ਦੇ ਵਿੱਚ, ਵੋਟਾਂ ਪਾਉਣ ਸਮੇਂ ਲੋਕਾਂ ਨੇ ਉਹ ਧਿਆਨ 'ਚ ਰੱਖੀ ਹੋਵੇ, ਕਿੱਥੇ ਇਹਨੂੰ ਨਜ਼ਰਅੰਦਾਜ਼ ਕਰਨਾ ਚਾਹੀਦਾ, ਉਹ ਫਿਰ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਤੇ ਇਹ ਸਰਕਾਰ ਦੀ ਗੈਰ ਸੰਜੀਦਗੀ ਨੂੰ ਕਿਤੇ ਨਾ ਕਿਤੇ ਜਿਹੜੇ ਨੁਮਾਇੰਦੇ ਚੁਣੇ ਹੋਏ ਨੇ, ਜਾਂ ਚੁਣੇ ਜਾਣੇ ਨੇ, ਜਾਂ ਚੁਣੇ ਜਾਂਦੇ ਨੇ, ਉੱਥੇ ਵੀ ਕਿਤੇ ਨਾ ਕਿਤੇ ਸਵਾਲ ਉੱਠ ਰਹੇ ਨੇ। ਆਪਦੀ ਸੱਤਾ ਜਾਂ ਅਹੁਦੇ ਦੀ ਮੰਗ ਨੂੰ ਲੈ ਕੇ ਕਿਤੇ ਨਾ ਕਿਤੇ ਅੰਦਰ ਕੋਈ ਜੋ ਗੜਬੜ ਹੋਈ ਹੈ, ਤਾਂ ਉਹ ਉਹਨਾਂ ਦਾ ਹਰਜਾਨਾ, ਉਹਨਾਂ ਦੀ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈਂਦਾ। ਫਿਰ ਮੁੜ ਕੇ ਉਹਨਾਂ ਦੇ ਕੰਮ ਨਹੀਂ ਹੁੰਦੇ, ਉਹਨਾਂ ਦੀ ਗੱਲਾਂ ਰੁਕ ਜਾਂਦੀਆਂ ਨੇ। ਮੈਨੂੰ ਲੱਗਦਾ ਕਿ ਵੋਟਾਂ ਲੋਕਾਂ ਨੇ ਇਹਨਾਂ ਨੂੰ ਵੀ ਸੋਚ ਕੇ ਪਾਈਆਂ ਹੋਣੀਆਂ। ਉਹਨਾਂ ਦੀ ਗੈਰ ਸੰਜੀਦਗੀ ਹੁਣ ਵੀ ਨਜ਼ਰ ਆ ਰਹੀ। ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਜਿਹੜੇ ਮੁੱਦੇ ਨੇ, ਜੇਕਰ ਚੋਣਾਂ ਦੇ ਬਾਅਦ, ਮਤਲਬ ਚੋਣਾਂ ਦੇ ਜਿਹੜੇ ਰਿਜ਼ਲਟ ਆਉਂਦੇ ਨੇ, ਚੋਣਾਂ ਦੇ ਬਾਅਦ ਜੇਕਰ ਕੋਈ ਹੋਰ ਪਾਰਟੀ ਇਸ ਤੇ ਆਂਦੀ ਹੈ ਪੰਜਾਬ ਦੇ ਵਿੱਚ, ਤੇ ਪੰਜਾਬ ਦੇ ਜਿਹੜੇ ਮੁੱਦੇ ਨੇ ਉਹ ਸੋਲਵ ਹੋ ਸਕਦੇ ਆ, ਤੇ ਜਿਹੜੀ ਪਾਰਟੀ ਆਂਦੀ ਹੈ ਉਹਦੇ ਵਿੱਚ ਕੁਝ ਖਿੱਚਤਾਨ ਨਹੀਂ ਹੋਵੇਗੀ ਇਸ ਤਰ੍ਹਾਂ ਦੀ? ਨਹੀਂ, ਇਸ ਤਰ੍ਹਾਂ ਕਿਹਾ ਨਹੀਂ ਜਾ ਸਕਦਾ। ਦੇਖੋ, ਮੈਨੂੰ ਇਹ ਲੱਗਦਾ ਵੀ ਜਿਹੜੇ ਸਵਾਲ ਉੱਠ ਰਹੇ ਨੇ, ਚਾਹੇ ਔਜਲਾ ਸਾਹਿਬ ਨੇ ਸਵਾਲ ਉਠਾਏ ਨੇ, ਚਾਹੇ ਜਾਖੜ ਸਾਹਿਬ ਨੇ ਉਠਾਏ ਨੇ, ਉਹ ਸਵਾਲ ਕਿਤੇ ਨਾ ਕਿਤੇ ਇਹ ਦੱਸਦੇ ਨੇ ਕਿ ਉਹਨਾਂ ਨੂੰ ਭਰੋਸਾ ਨਹੀਂ ਹੈ ਕਿ ਉਹਨਾਂ ਦੀ ਸਰਕਾਰ ਆਏਗੀ। ਉਹ ਪਹਿਲਾਂ ਇੱਕ ਗਰਾਊਂਡ ਜ਼ਮੀਨੀ ਬਣਾ ਰਹੇ ਨੇ ਵੀ ਕੱਲ ਨੂੰ ਕਹਾਂਗੇ ਇੰਨਾ ਕਰਕੇ ਹੋ ਗਿਆ ਸਾਰਾ ਕੁਝ, ਉਹਨਾਂ ਨੂੰ ਇਹ ਲੱਗਦਾ ਹੈ। ਪਰ ਹੁਣ ਦੂਸਰਾ, ਜਿੱਥੇ ਆਮ ਆਦਮੀ ਪਾਰਟੀ ਗੱਲ ਕਰ ਰਹੀ ਵੀ ਸਾਡੀ ਸਰਕਾਰ, ਉਹ ਵੀ ਕਿਤੇ ਨਾ ਕਿਤੇ ਚੁੱਪ ਨਜ਼ਰ ਆ ਰਹੀ ਹੈ। ਇਸ ਕਰਕੇ ਇਹ ਜਿਹੜੇ ਸਿਆਸਤ ਦੇ ਨਵੇਂ ਆਏ ਬੰਦੇ ਨੇ, ਉਹ ਹੋ ਸਕਦਾ ਉਹ ਬਣਾ ਲੈਣ ਮਿਲ ਜੁਲ ਕੇ, ਕਿਉਂਕਿ ਗੱਲਾਂ ਉਹ ਵੀ ਆ ਰਹੀਆਂ ਨੇ ਕਿ 2-3 ਪਾਰਟੀਆਂ ਮਿਲ ਕੇ ਸਰਕਾਰ ਬਣਾ ਰਹੀਆਂ ਨੇ। ਕਿਤੇ ਨਾ ਕਿਤੇ ਸਾਰੇ ਉਲਝੇ ਨਜ਼ਰ ਆ ਰਹੇ ਨੇ, ਤੇ ਇਸ ਉਲਝਣ ਦੇ ਵਿੱਚ ਲੋਕਾਂ ਦੇ ਮੁੱਦੇ ਨਾਲ ਉਲਝ ਜਾਣ, ਇਹਦੇ ਬਾਰੇ ਖੈਰ ਮੰਗਣੀ ਚਾਹੀਦੀ ਹੈ। ਤਾਂ ਅੱਜ ਦੀ ਖਾਸ ਚਰਚਾ 'ਚ ਆਪਾਂ ਤੁਹਾਡੇ ਨਾਲ, ਸਰ ਦੇ ਨਾਲ ਮੈਂ ਕੁਝ ਖਾਸ ਗੱਲਾਂ ਜਿਹੜੀਆਂ ਹੈ ਉਹ ਚਰਚਿਤ ਕੀਤੀਆਂ ਹੈ। ਤੁਹਾਨੂੰ ਵੀ ਪਤਾ ਲੱਗਿਆ ਹੋਵੇਗਾ ਕਿ ਆਪਾਂ ਜਿਵੇਂ ਪੰਜਾਬ ਦੇ ਵਿੱਚ ਚੋਣਾਂ ਨੂੰ ਲੈ ਕੇ ਉਹਦੀ ਕਿੰਨੀ ਫੀਸਦੀ ਹੈ, ਕਿੰਨਾ ਰਿਕਾਰਡ ਹੈ, ਉਸ ਤੋਂ ਲੈ ਕੇ ਆਪਾਂ ਫਿਰ ਸਰ ਦੇ ਨਾਲ ਹਲਕੇ 'ਚ ਜਿਹੜੇ ਘੱਟ ਫੀਸਦੀ ਵੋਟ ਜਿਹੜੀਆਂ ਹੋ ਰਹੀਆਂ ਹੈ ਲੋਕਾਂ ਤੋਂ, ਫਿਰ ਜਿਹੜਾ ਇੱਕ ਜਿਹੜੇ ਕੁਝ ਪਿੰਡਾਂ ਨੇ ਬੋਇਕਾਟ ਕੀਤਾ ਹੈ ਵੋਟਾਂ ਨੂੰ, ਉਸ 'ਤੇ ਗੱਲ ਕੀਤੀ ਹੈ। ਫਿਰ ਆਪਾਂ ਅਮਰਗੜ੍ਹ 'ਤੇ ਗੱਲ ਕੀਤੀ, ਰਾਮ ਰਹੀਮ ਦੇ ਮੁੱਦੇ 'ਤੇ ਗੱਲ ਕੀਤੀ, ਕੁਮਾਰ ਵਿਸ਼ਵਾਸ ਦੇ ਸਟੇਟਮੈਂਟ 'ਤੇ ਗੱਲ ਕੀਤੀ। ਇਸੇ ਤਰ੍ਹਾਂ ਬਣੇ ਰਹਾਂਗੇ ਤੁਹਾਡੇ ਨਾਲ, ਫਿਰ ਮਿਲਾਂਗੇ। ਦੇਖਦੇ ਰਹੋ ਸਕਾਈ ਨਿਊਜ਼ ਪੰਜਾਬ।